ਹਾਲੇਲੂਇਆ। ਸਾਰਿਆਂ ਨੂੰ ਜੈ ਮਸੀਹ ਦੀ ਮੇਰੇ ਵੱਲੋਂ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ। ਪਰਮੇਸ਼ਰ ਨੇ ਫਿਰ ਸਾਨੂੰ ਸਮਾਂ ਦਿੱਤਾ, ਇਕੱਠੇ ਕੀਤਾ। ਪ੍ਰਭੂ ਦਾ ਧੰਨਵਾਦ ਕਰਦੇ ਹਾਂ। ਹਾਲੇਲੂਇਆ। ਤੇ ਅੱਜ ਅਸੀਂ ਪਾਮ ਸੰਡੇ ਦੇ ਬਾਰੇ ਦੇਖਾਂਗੇ ਕਿ ਪ੍ਰਭੂ ਦੇ ਵਚਨ ਦੇ ਵਿੱਚੋਂ ਕਿ ਪਾਮ ਸੰਡੇ ਕਿਉਂ ਮਨਾਇਆ ਜਾਂਦਾ ਆ, ਇਸ ਦਾ ਕਾਰਨ ਕੀ ਆ। ਤੇ ਇਹ ਪਾਮ ਸੰਡੇ ਜਿਹੜਾ ਆ ਪ੍ਰਭੂ ਯਿਸੂ ਮਸੀਹ ਦੇ ਨਾਲ ਜੁੜਿਆ ਹੋਇਆ, ਤੇ ਇਸ ਨੂੰ ਅਸੀਂ ਪੁਰਾਣੇ ਨੇਮ ਦੇ ਵਿੱਚ ਜਿਹੜਾ ਪਾਮ ਕਿਸ ਤਰ੍ਹਾਂ ਲੋਕ ਮਨਾਉਂਦੇ ਸੀਗੇ, ਤੇ ਨਿਊ ਟੈਸਟਮੈਂਟ ਦੇ ਵਿੱਚ ਪ੍ਰਭੂ ਯਿਸੂ ਮਸੀਹ ਦੀ ਵਾਚਾ ਦੇ ਦੁਆਰਾ ਜਿਹੜਾ ਮਨਾਇਆ ਜਾਂਦਾ, ਕਿੱਦਾਂ ਮਨਾਇਆ ਜਾਂਦਾ ਆ। ਤੇ ਇਹ ਉਸ ਸਮੇਂ ਦੀ ਗੱਲ ਆ ਜਦੋਂ ਪ੍ਰਭੂ ਯਿਸੂ ਮਸੀਹ ਆਪਣੀ ਸੇਵਕਾਈ ਦੇ ਦੌਰਾਨ, ਜਦੋਂ ਪ੍ਰਭੂ ਯਿਸੂ ਮਸੀਹ ਇਸ ਸੰਸਾਰ ਦੇ ਵਿੱਚ ਸੀਗੇ, ਸੇਵਕਾਈ ਦੇ ਦੌਰਾਨ ਕੀ ਹੋਇਆ, ਜਦੋਂ ਅੰਤਲੇ ਸਮੇਂ ਦੇ ਵਿੱਚ ਸੀਗੇ, ਜਦੋਂ ਯਿਸੂ ਮਸੀਹ ਨੇ ਪੂਰੀ ਮਾਨਵ ਜਾਤੀ ਦੇ ਲਈ ਆਪਣੀ ਜਾਨ ਦੇਣੀ ਸੀਗੀ, ਸਲੀਬ ਉੱਤੇ ਚੜ੍ਹਨਾ ਸੀ, ਉਸ ਤੋਂ ਪਹਿਲਾਂ ਇਹ ਅੰਤਲਾ ਹਫਤਾ ਆ, ਆਖਰੀ ਦਿਨਾਂ ਦੇ ਵਿੱਚ ਪ੍ਰਭੂ ਯਿਸੂ ਮਸੀਹ ਸੀਗੇ। ਤਾਂ ਜਦੋਂ ਯਿਸੂ ਮਸੀਹ ਆਪਣੇ ਪ੍ਰਚਾਰ ਕਰ ਰਹੇ ਸੀਗੇ ਯਰੂਸ਼ਲਮ ਦੇ ਲਾਗੇ ਛਾਗੇ ਦੇ ਪਿੰਡਾਂ ਦੇ ਵਿੱਚ, ਕਰੀਬ 300 ਕਿਲੋਮੀਟਰ ਦੇ ਵਿੱਚ ਯਿਸੂ ਮਸੀਹ ਉਸ ਦੇਸ਼ ਦੇ ਵਿੱਚ ਪ੍ਰਚਾਰ ਕਰਦੇ ਰਹੇ। ਜਦੋਂ ਯਿਸੂ ਮਸੀਹ ਪ੍ਰਚਾਰ ਕਰਕੇ ਯਰੂਸ਼ਲਮ ਨੂੰ ਵਾਪਸ ਆਏ, ਜਦੋਂ ਵਾਪਸ ਆਏ ਤਾਂ ਇਹ ਉਸ ਸਮੇਂ ਦੀ ਘਟਨਾ ਆ ਜਦੋਂ ਅਸੀਂ ਪਾਮ ਸੰਡੇ ਮਨਾਉਂਦੇ ਹਾਂ, ਜਿਹਨੂੰ ਅਸੀਂ ਪਾਮ ਸੰਡੇ ਕਹਿੰਦੇ ਹਾਂ। ਤੇ ਇਹ ਕਦੋਂ ਹੋਇਆ, ਕਿਸ ਤਰ੍ਹਾਂ ਹੋਇਆ, ਪੜ੍ਹਾਂਗੇ ਬਾਈਬਲ ਦੇ ਵਿੱਚੋਂ। ਜਦੋਂ ਅਸੀਂ ਇਸ ਨੂੰ ਬਾਈਬਲ ਦੇ ਵਿੱਚ ਮੱਤੀ ਦੇ ਵਿੱਚ ਵੀ ਸਾਨੂੰ ਮਿਲਦਾ ਆ, ਤੇ ਲੂਕਾ ਦੇ ਵਿੱਚ ਵੀ ਮਿਲਦਾ ਆ, ਤੇ ਅਸੀਂ ਲੂਕਾ ਦੇ ਵਿੱਚ ਪੜ੍ਹਾਂਗੇ ਇਸ ਨੂੰ। ਲੂਕਾ ਦੀ ਅੰਜੀਲ ਉਹਦਾ 19ਵਾਂ ਅਧਿਆਇ, ਉਹਦੀ 28 ਐਤ ਤੋਂ ਲੈ ਕੇ 44 ਐਤ ਤੱਕ ਇਸ ਦੇ ਬਾਰੇ ਲਿਖਿਆ ਹੋਇਆ ਆ। ਹਾਲੇਲੂਇਆ। ਮੈਂ ਪੜ੍ਹਾਂਗਾ ਤੁਹਾਡੇ ਲਈ। ਜਦੋਂ ਪ੍ਰਭੂ ਯਿਸੂ ਮਸੀਹ ਯਰੂਸ਼ਲਮ ਦੇ ਵਿੱਚ ਆਏ ਤਾਂ ਕੀ ਹੋਇਆ, ਜਦੋਂ ਪ੍ਰਭੂ ਯਿਸੂ ਯਰੂਸ਼ਲਮ ਵੱਲ ਚੱਲ ਪਏ, ਪ੍ਰਚਾਰ ਕਰਕੇ ਯਿਸੂ ਮਸੀਹ ਵੱਲ ਯਰੂਸ਼ਲਮ ਵੱਲ ਆ ਰਿਹਾ ਪ੍ਰਭੂ ਯਿਸੂ ਮਸੀਹ, ਤਾਂ ਕੀ ਹੋਇਆ, ਜਦੋਂ ਯਰੂਸ਼ਲਮ ਵੱਲ ਚੱਲ ਪਏ, ਜਦੋਂ ਉਹ ਜੈਤੂਨ ਨਾਂ ਦੇ ਪਹਾੜ ਉੱਤੇ ਬੈਤਫੈਗਾ ਅਤੇ ਬੈਤਾਨੀਆ ਪਿੰਡ ਦੇ ਲਾਗੇ ਪਹੁੰਚੇ, ਤਾਂ ਯਿਸੂ ਨੇ ਆਪਣੇ 2 ਚੇਲਿਆਂ ਨੂੰ ਇਹ ਕਹਿ ਕੇ ਘੱਲਿਆ। ਦੇਖਣਾ ਧਿਆਨ ਨਾਲ, ਜਦੋਂ ਯਿਸੂ ਮਸੀਹ ਯਰੂਸ਼ਲਮ ਵੱਲ ਆ ਰਹੇ ਆ, ਜਦੋਂ ਉਹ ਬੈਤਾਨੀਆ ਤੇ ਬਤਾਨੀਆ ਪਿੰਡ ਦੇ ਲਾਗੇ ਪਹੁੰਚੇ, ਜੈਤੂਨ ਨਾਮ ਦੇ ਪਹਾੜ ਦੇ ਲਾਗੇ ਪਹੁੰਚੇ, ਤਾਂ ਯਿਸੂ ਮਸੀਹ ਨੇ ਆਪਣੇ 2 ਚੇਲਿਆਂ ਨੂੰ ਕੀ ਕੀਤਾ, ਘੱਲਿਆ, ਆਪਣੇ ਅੱਗੇ ਘੱਲਿਆ। ਉਹਨਾਂ ਨੂੰ ਕੀ ਕਹਿੰਦਾ, ਆਪਣੇ ਸਾਹਮਣੇ ਦੇ ਪਿੰਡ ਵਿੱਚ ਜਾਓ। ਜਦੋਂ ਤੁਸੀਂ ਪਿੰਡ ਦੇ ਵਿੱਚ ਪ੍ਰਵੇਸ਼ ਹੀ ਕਰੋਗੇ ਤਾਂ ਤੁਸੀਂ ਇੱਕ ਗਧੀ ਦੇ ਬੱਚੇ ਨੂੰ ਕਿੱਲੇ ਨਾਲ ਬੰਨਿਆ ਦੇਖੋਗੇ। ਹਾਲੇਲੂਇਆ। ਪ੍ਰਭੂ ਯਿਸੂ ਮਸੀਹ ਕੀ ਕਹਿੰਦੇ ਆ, ਗਧੀ ਦੇ ਬੱਚੇ ਨੂੰ ਕਿੱਲੇ ਦੇ ਨਾਲ ਬੰਨਿਆ ਦੇਖੋਗੇ। ਉਸ ਉੱਤੇ ਅੱਜ ਤੱਕ ਕਿਸੇ ਨੇ ਸਵਾਰੀ ਨਹੀਂ ਕੀਤੀ, ਉਸ ਨੂੰ ਖੋਲ ਕੇ ਲੈ ਆਉਣਾ। ਜੇਕਰ ਤੁਹਾਡੇ ਕੋਲੋਂ ਕੋਈ ਪੁੱਛੇ, ਇਸ ਨੂੰ ਕਿਉਂ ਖੋਲ ਰਹੇ ਹੋ, ਤਾਂ ਤੁਸੀਂ ਉੱਤਰ ਦੇਣਾ, ਸਾਡੇ ਪ੍ਰਭੂ ਨੂੰ ਇਸ ਦੀ ਲੋੜ ਹੈ। ਹਾਲੇਲੂਇਆ। ਉਹ ਦੋਵੇਂ ਚੇਲੇ ਗਏ ਅਤੇ ਜਿਸ ਤਰ੍ਹਾਂ ਯਿਸੂ ਨੇ ਉਹਨਾਂ ਨੂੰ ਕਿਹਾ ਸੀ, ਸਭ ਕੁਝ ਉਸੇ ਤਰ੍ਹਾਂ ਦੇਖਿਆ। ਜਦੋਂ ਉਹ ਗਧੀ ਦੇ ਬੱਚੇ ਨੂੰ ਖੋਲ ਰਹੇ ਸਨ ਤਾਂ ਉਸ ਦੇ ਮਾਲਿਕ ਨੇ ਉਹਨਾਂ ਨੂੰ ਕਿਹਾ, ਤੁਸੀਂ ਇਸ ਨੂੰ ਕਿਉਂ ਖੋਲ ਰਹੇ ਹੋ? ਉਹਨਾਂ ਨੇ ਉੱਤਰ ਦਿੱਤਾ, ਸਾਡੇ ਪ੍ਰਭੂ ਨੂੰ ਇਸ ਦੀ ਲੋੜ ਹੈ। ਹਾਲੇਲੂਇਆ। ਉਹ ਗਧੀ ਦੇ ਬੱਚੇ ਨੂੰ ਉਹਨਾਂ ਨੇ ਉੱਤਰ ਦਿੱਤਾ, ਸਾਡੇ ਪ੍ਰਭੂ ਨੂੰ ਇਸ ਦੀ ਲੋੜ ਹੈ। ਉਹ ਗਧੀ ਦੇ ਬੱਚੇ ਨੂੰ ਯਿਸੂ ਕੋਲ ਲੈ ਆਏ। ਉਹਨਾਂ ਉਸ ਉੱਤੇ ਆਪਣੇ ਚੋਗੇ ਲਾ ਕੇ ਵਿਛਾਏ ਅਤੇ ਯਿਸੂ ਨੂੰ ਉਸ ਉੱਤੇ ਚੜ੍ਹਾ ਦਿੱਤਾ। ਜਿਵੇਂ ਜਿਵੇਂ ਯਿਸੂ ਦੀ ਸਵਾਰੀ ਅੱਗੇ ਵਧਦੀ ਜਾ ਰਹੀ ਸੀ, ਲੋਕੀ ਉਹਨਾਂ ਦੇ ਸਵਾਗਤ ਵਿੱਚ ਆਪਣੇ ਕੱਪੜੇ ਰਾਹ ਵਿੱਚ ਵਿਛਾਉਂਦੇ ਜਾਂਦੇ ਸਨ। ਜਦੋਂ ਯਰੂਸ਼ਲਮ ਸ਼ਹਿਰ ਦੇ ਨੇੜੇ ਜੈਤੂਨ ਪਹਾੜ ਦੀ ਢਲਾਨ ਉੱਤੇ, ਤਰਾਈ ਉੱਤੇ ਪਹੁੰਚੇ, ਤਾਂ ਲੋਕਾਂ ਦੀ ਸਾਰੀ ਭੀੜ ਨੇ ਖੁਸ਼ੀ ਨਾਲ ਪਰਮੇਸ਼ਰ ਦੀ ਵਡਿਆਈ ਕਰਨੀ ਸ਼ੁਰੂ ਕੀਤੀ। ਉਹ ਆਪਣੇ ਅੱਖੀ ਦੇਖਦੇ ਹੋਏ ਵੱਡੇ ਅਦਭੁਤ ਕੰਮਾਂ ਦੇ ਲਈ ਉੱਚੀ ਆਵਾਜ਼ ਦੇ ਨਾਲ ਪਰਮੇਸ਼ਰ ਦੀ ਉਸਤਤ ਇਸ ਤਰ੍ਹਾਂ ਗਾ ਰਹੇ ਸਨ, ਪ੍ਰਭੂ ਦੇ ਨਾਂ ਉੱਤੇ ਆਉਣ ਵਾਲਾ ਰਾਜਾ ਧਨ ਹੈ।
ਜਦੋਂ ਯਿਸੂ ਮਸੀਹ ਯਰੂਸ਼ਲਮ ਦੇ ਵਿੱਚ ਪ੍ਰਵੇਸ਼ ਕੀਤੇ ਤਾਂ ਕੀ ਹੋਇਆ, ਲੋਕ ਜਿਹੜੇ ਕੰਮ ਯਿਸੂ ਮਸੀਹ ਨੇ ਕੀਤੇ ਸੀਗੇ ਉਹਨਾਂ ਦੇ ਕੰਮਾਂ ਦੇ ਕਾਰਨ ਲੋਕ ਪ੍ਰਭੂ ਯਿਸੂ ਮਸੀਹ ਦੀ ਕੀ ਕਰਨਾ ਪਏ, ਪਰਮੇਸ਼ਰ ਦੀ ਕੀ ਕਰਨਾ ਪਏ, ਵਡਿਆਈ ਕਰਨਾ ਪਏ। ਕੀ ਕਹਿਣਾ ਪਏ, ਪ੍ਰਭੂ ਦੇ ਨਾਂ ਉੱਤੇ ਆਉਣ ਵਾਲਾ ਰਾਜਾ ਧਨ ਹੈ, ਸਵਰਗ ਵਿੱਚ ਸ਼ਾਂਤੀ ਅਤੇ ਪਰਮ ਧਾਮ ਵਿੱਚ ਪਰਮੇਸ਼ਰ ਦੀ ਵਡਿਆਈ ਹੋਵੇ। ਭੀੜ ਵਿੱਚ ਕੁਝ ਫਰੀਸੀ ਵੀ ਸਨ। ਉਹਨਾਂ ਨੇ ਪ੍ਰਭੂ ਨੂੰ ਕਿਹਾ, ਪ੍ਰਭੂ ਜੀ ਆਪਣੇ ਚੇਲਿਆਂ ਨੂੰ ਚੁੱਪ ਕਰਾਓ। ਯਿਸੂ ਨੇ ਉੱਤਰ ਦਿੱਤਾ, ਮੈਂ ਤੁਹਾਨੂੰ ਕਹਿੰਦਾ ਹਾਂ ਕਿ ਜੇਕਰ ਇਹ ਚੁੱਪ ਰਹਿਣ ਤਾਂ ਪੱਥਰ ਬੋਲਣ ਲੱਗ ਪੈਣਗੇ। ਜਦੋਂ ਉਹ ਯਰੂਸ਼ਲਮ ਸ਼ਹਿਰ ਦੇ ਹੋਰ ਨੇੜੇ ਪਹੁੰਚੇ ਤਾਂ ਯਿਸੂ ਸ਼ਹਿਰ ਨੂੰ ਦੇਖ ਕੇ ਰੋ ਪਏ। ਹਾਲੇਲੂਇਆ, ਰੋ ਪਏ। ਉਹਨਾਂ ਨੇ ਕਿਹਾ, ਕਿੰਨਾ ਹੀ ਚੰਗਾ ਹੁੰਦਾ ਕਿ ਹੇ ਯਰੂਸ਼ਲਮ ਤੂੰ ਅੱਜ ਦੇ ਦਿਨ ਹੀ ਜਾਣਦਾ ਕਿ ਤੇਰੀ ਸ਼ਾਂਤੀ ਕਿਹੜੀਆਂ ਗੱਲਾਂ ਉੱਤੇ ਆਧਾਰਿਤ ਹੈ, ਪਰ ਅਜੇ ਇਹ ਤੇਰੀਆਂ ਅੱਖਾਂ ਤੋਂ ਛੁਪੀਆਂ ਹੋਈਆਂ ਹਨ। ਉਹ ਦਿਨ ਆਉਣਗੇ ਜਦੋਂ ਤੇਰੇ ਵੈਰੀ ਤੇਰੇ ਦੁਆਲੇ ਘੇਰਾ ਪਾ ਲੈਣਗੇ ਅਤੇ ਚੌਹਾਂ ਪਾਸਿਆਂ ਤੋਂ ਮੋਰਚਾਬੰਦੀ ਕਰਨਗੇ ਅਤੇ ਤੇਰੇ ਉੱਤੇ ਦਬਾਅ ਪਾਉਣਗੇ। ਉਹ ਤੈਨੂੰ ਅਤੇ ਤੇਰੇ ਨਿਵਾਸੀਆਂ ਨੂੰ ਮਿੱਟੀ ਵਿੱਚ ਰਲਾ ਦੇਣਗੇ। ਉਹ ਤੇਰੀ ਇੱਟ ਨਾਲ ਇੱਟ ਖੜਕਾ ਦੇਣਗੇ, ਕਿਉਂਕਿ ਤੂੰ ਉਸ ਸਮੇਂ ਨੂੰ ਨਾ ਪਛਾਣਿਆ ਜਦੋਂ ਪਰਮੇਸ਼ਰ ਆਪ ਤੈਨੂੰ ਬਚਾਉਣ ਆਇਆ। ਹਾਲੇਲੂਇਆ। ਇਹ ਉਸ ਸਮੇਂ ਦੀ ਘਟਨਾ ਆ ਜਦੋਂ ਪ੍ਰਭੂ ਯਿਸੂ ਮਸੀਹ ਇਸ ਧਰਤੀ ਉੱਤੇ 3.5 ਸਾਲ ਦੀ ਸੇਵਕਾਈ ਜੋ ਪ੍ਰਭੂ ਯਿਸੂ ਮਸੀਹ ਨੇ ਕੀਤੀ, ਸਵਰਗ ਜਾਣ ਤੋਂ ਪਹਿਲਾਂ ਦੀ ਘਟਨਾ ਆ। ਇਹ ਜਦੋਂ ਯਿਸੂ ਮਸੀਹ ਨੇ ਆਪਣੀ ਜਾਨ ਦੇਣੀ ਸੀ, ਉਸ ਜਾਨ ਦੇਣ ਤੋਂ ਪਹਿਲਾਂ ਦੀ ਘਟਨਾ ਆ। ਪ੍ਰਭੂ ਯਿਸੂ ਮਸੀਹ ਗਧੀ ਦੇ ਬੱਚੇ ਉੱਤੇ ਸਵਾਰ ਕਿਉਂ ਹੋਏ? ਹਾਲੇਲੂਇਆ। ਕਿਉਂਕਿ ਜਿਹੜਾ ਰਾਜਾ ਆ, ਉਹ ਰਾਜਾ ਤਾਂ ਘੋੜੇ ਉੱਤੇ ਸਵਾਰ ਹੁੰਦਾ ਆ, ਹਾਥੀ ਉੱਤੇ ਸਵਾਰ ਹੁੰਦਾ ਆ, ਪਰ ਰਾਜੇ ਲੋਕ ਗਧੀ ਦੇ ਉੱਤੇ ਸਵਾਰ ਨਹੀਂ ਹੁੰਦੇ। ਪਰ ਯਿਸੂ ਮਸੀਹ ਗਧੀ ਦੇ ਉੱਤੇ ਸਵਾਰ ਹੋਇਆ। ਇਸ ਦੇ ਵਿੱਚ ਵੀ ਕਾਰਨ ਹੈ ਕਿ ਪ੍ਰਭੂ ਯਿਸੂ ਮਸੀਹ ਕਿਉਂ ਗਧੀ ਦੇ ਬੱਚੇ ਉੱਤੇ ਸਵਾਰ ਹੋਏ, ਕਿਉਂਕਿ ਯਿਸੂ ਮਸੀਹ ਦੇ ਵਿਸ਼ੇ ਦੇ ਵਿੱਚ ਜਿੰਨੀਆਂ ਭਵਿੱਖਬਾਣੀਆਂ ਓਲਡ ਟੈਸਟਮੈਂਟ ਵਿੱਚ ਲਿਖੀਆਂ ਸੀਗੀਆਂ, ਉਹਨਾਂ ਦਾ ਪੂਰਾ ਹੋਣਾ ਜ਼ਰੂਰੀ ਸੀਗਾ, ਅਵਸ਼ਯ ਸੀਗਾ ਕਿ ਉਹ ਪੂਰੀਆਂ ਹੋਣ। ਜਦੋਂ ਅਸੀਂ ਜ਼ਕਰਿਆ ਨਬੀ ਦੀ ਕਿਤਾਬ ਦੇ ਵਿੱਚ ਤੁਸੀਂ ਪੜ੍ਹ ਸਕਦੇ ਆ, ਉਹਦਾ 9ਵਾਂ ਅਧਿਆਏ ਉਹਦੀ 9 ਆਇਤ ਦੇ ਵਿੱਚ ਲਿਖਿਆ ਵਾ। ਜ਼ਕਰਿਆ ਉਹਦਾ 9ਵਾਂ ਅਧਿਆਏ ਉਹਦੀ 9 ਆਇਤ ਦੇ ਵਿੱਚ ਪ੍ਰਭੂ ਯਿਸੂ ਮਸੀਹ ਦੀ ਆਉਣ ਬਾਰੇ, ਗਧੀ ਦੇ ਉੱਤੇ ਸਵਾਰ ਹੋਣ ਬਾਰੇ ਲਿਖਿਆ ਹੋਇਆ ਆ। ਹਾਲੇਲੂਇਆ। ਉਹ ਜਦੋਂ ਕਿਉਂ ਲਿਖਿਆ? ਕਿਉਂਕਿ ਲੋਕ ਜਾਣ ਕੇ ਪ੍ਰਭੂ ਯਿਸੂ ਮਸੀਹ ਹੀ ਇੱਕਮਾਤਰ ਉਧਾਰ ਕਰਤਾ ਆ। ਜ਼ਕਰਿਆ ਨਬੀ ਨੇ ਪਹਿਲਾਂ ਹੀ ਦਰਸ਼ਨ ਦੇ ਵਿੱਚ ਭਵਿੱਖਬਾਣੀ ਕਰ ਦਿੱਤੀ ਸੀਗੀ ਯਿਸੂ ਮਸੀਹ ਦੇ ਬਾਰੇ, ਜਿਹੜਾ ਦਰਸ਼ਨ ਉਹਨੇ ਦੇਖਿਆ। ਤੇ ਜਦੋਂ ਜ਼ਕਰਿਆ ਨਬੀ ਨੇ 9ਵਾਂ ਅਧਿਆਏ ਉਹਦੀ 9 ਆਇਤ ਦੇ ਵਿੱਚ ਲਿਖਿਆ ਵਾ, ਮੈਂ ਤੁਹਾਡੇ ਲਈ ਪੜਾਂਗਾ। ਉੱਥੇ ਕੀ ਲਿਖਿਆ ਵਾ? ਹੇ ਸਿਯੋਨ ਦੇ ਲੋਕੋ ਆਨੰਦਿਤ ਹੋਵੋ, ਹੇ ਯਰੂਸ਼ਲਮ ਦੇ ਲੋਕੋ ਖੁਸ਼ੀ ਦੇ ਨਾਅਰੇ ਮਾਰੋ, ਤੇਰਾ ਰਾਜਾ ਜੋ ਤੇਰੇ ਕੋਲ ਆ ਰਿਹਾ ਹੈ, ਹਾਲੇਲੂਇਆ, ਉਹ ਪੂਰੀ ਸ਼ਾਨ ਨਾਲ ਜੇਤੂ ਹੋ ਕੇ ਆ ਰਿਹਾ ਹੈ। ਉਹ ਦੀਨ ਹੈ ਅਤੇ ਗਧੇ ਦੇ ਬੱਚੇ ਤੇ ਸਵਾਰ ਹੈ। ਇਹ ਭਵਿੱਖਬਾਣੀ ਜ਼ਕਰਿਆ ਨਬੀ ਨੇ ਯਿਸੂ ਮਸੀਹ ਦੇ ਲਈ ਕੀਤੀ ਸੀਗੀ, ਤੇ ਇਸ ਲਈ ਇਸ ਭਵਿੱਖਬਾਣੀ ਨੂੰ ਪੂਰਾ ਕਰਨ ਦੇ ਲਈ ਯਿਸੂ ਮਸੀਹ ਗਧੀ ਦੇ ਬੱਚੇ ਉੱਤੇ ਸਵਾਰ ਹੋਇਆ। ਹਾਲੇਲੂਇਆ। ਗਧੀ ਦੇ ਬੱਚੇ ਉੱਤੇ ਸਵਾਰ ਹੋਇਆ। ਯਿਸੂ ਮਸੀਹ ਦੇ ਵਿਸ਼ੇ ਦੇ ਵਿੱਚ ਜਿੰਨੀਆਂ ਭਵਿੱਖਬਾਣੀਆਂ ਲਿਖੀਆਂ ਹੋਈਆਂ ਸੀਗੀਆਂ, ਉਹ ਸਾਰੀਆਂ ਯਿਸੂ ਮਸੀਹ ਨੇ ਪੂਰੀਆਂ ਕੀਤੀਆਂ। ਇਸ ਲਈ ਯਿਸੂ ਮਸੀਹ ਗਧੀ ਦੇ ਬੱਚੇ ਉੱਤੇ ਸਵਾਰ ਹੋਇਆ। ਹਾਲੇਲੂਇਆ। ਤੇ ਜਿਹੜਾ ਗਧੀ ਦਾ ਬੱਚਾ, ਗਧੀ ਗਧੀ ਦਾ ਬੱਚਾ ਆ, ਉਹ ਇੱਕ ਦੀਨਤਾ ਦਾ, ਦੀਨਪਨ ਦਾ ਕੀ ਆ, ਉਹ ਜਿਹੜਾ ਗਧੀ ਦਾ ਬੱਚਾ ਆ ਉਹ ਦੀਨਤਾ ਨੂੰ ਦਰਸਾਉਂਦਾ ਹੈ, ਨਮਰਤਾ ਨੂੰ ਦਰਸਾਉਂਦਾ ਆ। ਜਦੋਂ ਅਸੀਂ ਓਲਡ ਟੈਸਟਮੈਂਟ ਦੇ ਵਿੱਚ ਪੜ੍ਹਦੇ ਹਾਂ, ਕੂਚ ਦੀ ਕਿਤਾਬ ਦੇ ਵਿੱਚ ਪੜ੍ਹਦੇ ਹਾਂ, ਜਿਹੜਾ ਗਧਾ ਆ ਇੱਕ ਅਸ਼ੁੱਧ ਪ੍ਰਾਣੀ ਹੈ। ਇਹ ਅਸ਼ੁੱਧ, ਪਰਮੇਸ਼ਰ ਇਸ ਦੀ ਬਲੀ ਗ੍ਰਹਿਣ ਨਹੀਂ ਕਰਦਾ ਹੈਗਾ। ਜਦੋਂ ਅਸੀਂ ਕੂਚ ਦੀ ਕਿਤਾਬ ਉਹਦਾ 34 ਅਧਿਆਏ ਉਹਦੀ 19 ਤੇ 20 ਆਇਤ ਮੈਂ ਤੁਹਾਡੇ ਲਈ ਪੜਾਂਗਾ। ਕੂਚ ਦੀ ਕਿਤਾਬ, ਕੂਚ ਉਹਦਾ 34ਵਾਂ ਅਧਿਆਏ ਉਹਦੀ 19 ਤੇ 20 ਆਇਤ।
ਪੁਰਾਣੇ ਨੇਮ ਦੇ ਵਿੱਚ ਪਰਮੇਸ਼ਰ ਜਿਹੜਾ ਜਿਹੜਾ ਗਧੀ ਦਾ ਬੱਚਾ ਸੀਗਾ ਉਸ ਦੀ ਗਧੀ ਦੀ ਮਤਲਬ ਜਿਹੜੀਆਂ ਜਿੰਨੀਆਂ ਵੀ ਬਲੀਆਂ ਪੁਰਾਣੇ ਨੇਮ ਦੇ ਵਿੱਚ ਦਿੱਤੀਆਂ ਜਾਂਦੀਆਂ ਸੀਗੀਆਂ, ਪਰਮੇਸ਼ਰ ਸਭ ਜਾਨਵਰਾਂ ਦੀਆਂ ਪਸ਼ੂਆਂ ਦੀਆਂ ਪੰਛੀਆਂ ਦੀ ਬਲੀਆਂ ਪਸੰਦ ਕਰਦਾ ਸੀਗਾ, ਉਸ ਨੂੰ ਗ੍ਰਹਿਣ ਕਰਦਾ ਸੀਗਾ। ਪਰ ਗਧੇ ਦੀ ਜਿਹੜੀ ਬਲੀ ਆ ਉਸ ਨੂੰ ਅਸਵੀਕਾਰ ਕਰਦਾ ਸੀਗਾ। ਅਸੀਂ ਪੜਾਂਗੇ ਇਹਨੂੰ 19 ਆਇਤ ਵਿੱਚ, 34 ਕੂਚ 34ਵਾਂ ਅਧਿਆਇ ਉਹਦੀ 19 ਆਇਤ ਵਿੱਚ, ਹਰ ਜੇਠਾ ਪੁੱਤਰ ਅਤੇ ਪਸ਼ੂਆਂ ਦੇ ਪਹਿਲੇ ਜੇਠੇ ਨਰ ਬੱਚੇ ਗਾਈਆਂ ਭੇਡਾਂ ਆਦਿ ਮੇਰੇ ਹਨ। ਗਧੇ ਦਾ ਜੇਠਾ ਨਰ ਬੱਚਾ ਤੁਸੀਂ ਲੇਲੇ ਦੇ ਬੱਚੇ ਨਾਲ ਛੁਡਾ ਲੈਣਾ। ਜਿਹੜਾ ਗਧੇ ਦਾ ਬੱਚਾ ਆ ਕੀ ਕਰਨਾ ਆ, ਉਹ ਲੇਲਾ ਦੇ ਕੇ ਛੁਡਾ ਲੈਣਾ। ਪਰ ਜੇਕਰ ਤੁਸੀਂ ਛੁਡਾਉਣਾ ਨਾ ਚਾਹੋ ਤਾਂ ਉਸ ਦੀ ਧੌਣ ਤੋੜ ਦੇਣਾ। ਪਰਮੇਸ਼ਰ ਕਹਿੰਦਾ ਤੁਸੀਂ ਉਹਦੀ ਧੌਣ ਤੋੜ ਦਿਓ, ਬਲਕਿ ਮੈਨੂੰ ਉਹਦੀ ਕੀ ਕਰਨਾ, ਬਲੀ ਨਹੀਂ ਚੜਾਉਣਾ ਹੈਗਾ ਤੇ ਤੋੜ ਦੇਣਾ। ਪਰ ਤੁਸੀਂ ਆਪਣੇ ਜੇਠੇ ਪੁੱਤਰ ਨੂੰ ਜ਼ਰੂਰ ਮੁੱਲ ਦੇ ਕੇ ਛੁਡਾ ਲੈਣਾ। ਮੇਰੇ ਸਾਹਮਣੇ ਕੋਈ ਖਾਲੀ ਹੱਥ ਨਾ ਆਵੇ। ਕਿਉਂਕਿ ਜਿਹੜਾ ਗਧੇ ਦਾ ਜੇਠਾ ਆ, ਗਧੇ ਦਾ ਮਤਲਬ ਬੱਚਾ ਆ, ਉਹ ਯਿਸੂ ਮਸੀਹ ਕੀ ਕਰਦਾ, ਸਵੀਕਾਰ ਨਹੀਂ ਕਰਦਾ ਹੈਗਾ। ਜਦੋਂ 20 ਆਇਤ ਪੜ੍ਹਦੇ ਆ, ਗਧੇ ਦਾ ਜੇਠਾ ਨਰ ਬੱਚਾ ਤੁਸੀਂ ਲੇਲਾ ਦੇ ਕੇ ਮਤਲਬ ਭੇਡ ਦਾ ਬੱਚਾ ਦੇ ਕੇ ਛੁਡਾ ਲੈਣਾ। ਹਾਲੇਲੂਇਆ। ਤੇ ਗਧੇ ਨੂੰ ਸਵੀਕਾਰ, ਉਹਦੀ ਬਲੀ ਨੂੰ ਸਵੀਕਾਰ ਨਹੀਂ ਕੀਤਾ ਜਾਂਦਾ ਸੀਗਾ, ਉਸ ਨੂੰ ਅਸ਼ੁੱਧ ਮੰਨਿਆ ਜਾਂਦਾ ਸੀਗਾ। ਤੇ ਯਿਸੂ ਮਸੀਹ ਜਿਹੜੇ ਅਸ਼ੁੱਧ ਮੰਨੇ ਜਾਂਦੇ ਸੀਗੇ, ਯਿਸੂ ਮਸੀਹ ਨੇ ਕੀ ਕੀਤਾ, ਉਸ ਨੂੰ ਕੀ ਕੀਤਾ, ਸਵੀਕਾਰ ਕੀਤਾ। ਹਾਲੇਲੂਇਆ। ਸਵੀਕਾਰ ਕੀਤਾ। ਉਹ ਗਧੀ ਦੇ ਬੱਚੇ ਉੱਤੇ ਸਵੀਕਾਰ ਹੋਇਆ, ਉਹ ਸਵਾਰ ਹੋਇਆ, ਜਿਨ੍ਹਾਂ ਨੂੰ ਓਲਡ ਟੈਸਟਮੈਂਟ ਵਿੱਚ ਠਹਿਰਾ ਦਿੱਤਾ ਗਿਆ ਸੀਗਾ, ਅਨਿਆ ਜਾਤੀ ਨੂੰ ਠਹਿਰਾ ਦਿੱਤਾ ਗਿਆ ਸੀਗਾ ਕਿ ਉਹ ਪਰਮੇਸ਼ਰ ਦੇ ਨਜ਼ਦੀਕ ਨਹੀਂ ਸੀਗੇ। ਪਰ ਯਿਸੂ ਮਸੀਹ ਨੇ ਅਨਿਆ ਜਾਤੀ ਨੂੰ ਵੀ ਕੀ ਕਰ ਲਿਆ, ਚੁਣ ਲਿਆ। ਹਾਲੇਲੂਇਆ। ਯਿਸੂ ਮਸੀਹ ਦੀਨ ਬਣਿਆ, ਨਮਰ ਹੋਇਆ, ਉਹ ਗਧੀ ਦੇ ਬੱਚੇ ਉੱਤੇ ਸਵਾਰ ਹੋਇਆ। ਕਿਉਂਕਿ ਜਿਹੜੀ ਰਾਜਾ ਦੀ ਸਵਾਰੀ ਸੀਗੀ ਉਹ ਘੋੜਿਆਂ ਉੱਤੇ ਰਾਜਾ ਲੋਕ ਸਵਾਰ ਹੁੰਦੇ ਸੀਗੇ, ਪਰ ਯਿਸੂ ਮਸੀਹ ਗਧੀ ਦੇ ਬੱਚੇ ਉੱਤੇ ਸਵਾਰ ਹੋਇਆ। ਫਿਰ ਜਦੋਂ ਗਧੀ ਦੇ ਬੱਚੇ ਉੱਤੇ ਸਵਾਰ ਹੋਇਆ ਤੇ ਯਿਸੂ ਮਸੀਹ ਦੇ ਸਵਾਗਤ ਲਈ ਲੋਕਾਂ ਨੇ ਕੀ ਕੀਤਾ, ਰਸਤੇ ਦੇ ਵਿੱਚ ਟਾਹਣੀਆਂ, ਖਜੂਰ ਦੀਆਂ ਟਾਹਣੀਆਂ ਸਿੱਟੀਆਂ, ਵਸਤਰ, ਆਪਣੇ ਕੱਪੜੇ ਸਿੱਟੇ ਤੇ ਯਿਸੂ ਮਸੀਹ ਦਾ ਸਵਾਗਤ ਕੀਤਾ। ਤੇ ਲੋਕਾਂ ਨੇ ਉੱਚੀ ਆਵਾਜ਼ ਦੇ ਵਿੱਚ ਪਰਮੇਸ਼ਰ ਦੀ ਵਡਿਆਈ ਕਰਨੀ ਸ਼ੁਰੂ ਕਰ ਦਿੱਤੀ ਤੇ ਪਰਮੇਸ਼ਰ ਦੀ ਵਡਿਆਈ ਕਰਨੀ ਸ਼ੁਰੂ ਕਰ ਦਿੱਤੀ ਲੋਕਾਂ ਨੇ। ਤੇ ਜਦੋਂ ਜਿਹੜੇ ਫਰੀਸੀ ਸੀਗੇ ਉਹ ਯਿਸੂ ਮਸੀਹ ਨੂੰ ਕਹਿਣਗੇ ਆਪਣੇ ਤੁਸੀਂ ਕੀ ਕਰਨਾ ਆ, ਚੇਲਿਆਂ ਨੂੰ ਚੁੱਪ ਕਰਾਓ। ਪਰ ਯਿਸੂ ਮਸੀਹ ਉਹਨਾਂ ਨੂੰ ਕੀ ਕਹਿੰਦੇ ਆ, ਜੇ ਅਗਰ ਇਹ ਚੁੱਪ ਕਰ ਗਏ ਤਾਂ ਪਰਮੇਸ਼ਰ ਪੱਥਰਾਂ ਤੋਂ ਆਪਣੀ ਮਹਿਮਾ ਲੈ ਲਏਗਾ, ਪੱਥਰ ਬੋਲਣ ਲੱਗ ਪੈਣਗੇ। ਹਾਲੇਲੂਇਆ। ਅਸੀਂ ਜਦੋਂ ਲੂਕਾ 19ਵਾਂ ਅਧਿਆਇ ਪੜ੍ਹਦੇ ਹਾਂ, ਉਹਦੀ 19ਵਾਂ ਅਧਿਆਇ ਪੜ੍ਹਦੇ ਹਾਂ ਤਾਂ ਉਸ ਦੇ ਵਿੱਚ ਤੁਸੀਂ ਇਸ ਘਟਨਾ ਨੂੰ ਅਸੀਂ ਹੁਣੇ ਪੜ੍ਹ ਕੇ ਹਟੇ ਹਾਂ, ਦੇਖ ਕੇ ਹਟੇ ਹਾਂ। ਲੂਕਾ 19ਵਾਂ ਅਧਿਆਇ ਉਹਦੀ ਲੂਕਾ ਦੀ ਅੰਜੀਲ ਉਹਦਾ 19ਵਾਂ ਅਧਿਆਇ, ਹਾਂ, ਉਹ ਗਧੀ ਦੇ ਬੱਚੇ ਨੂੰ ਯਿਸੂ ਕੋਲ ਲੈ ਆਏ, ਹਨਾ। ਯਿਸੂ ਮਸੀਹ ਉੱਤੇ ਸਵਾਰ ਹੋ ਗਏ ਤੇ ਪ੍ਰਭੂ ਦੇ ਨਾਮ ਉੱਤੇ ਆਉਣ ਵਾਲਾ ਰਾਜਾ ਧਨ ਹੈ। ਕਿਸ ਤਰ੍ਹਾਂ ਲੋਕ ਪਰਮੇਸ਼ਰ ਦੀ ਵਡਿਆਈ ਕਰਨ ਆਪੇ, ਪ੍ਰਭੂ ਦੇ ਨਾਮ ਉੱਤੇ ਆਉਣ ਵਾਲਾ ਰਾਜਾ 38 ਆਇਤ ਵਿੱਚ ਪੜ੍ਹਦੇ ਹਾਂ, ਪ੍ਰਭੂ ਦੇ ਨਾਮ ਉੱਤੇ ਆਉਣ ਵਾਲਾ ਰਾਜਾ ਕੀ ਹੈ, ਧਨ ਹੈ। ਸਵਰਗ ਵਿੱਚ ਸ਼ਾਂਤੀ ਹੈ ਅਤੇ ਪਰਮ ਧਾਮ ਵਿੱਚ ਪਰਮੇਸ਼ਰ ਦੀ ਵਡਿਆਈ ਹੋਵੇ। ਹਾਲੇਲੂਇਆ। ਲੋਕ ਕੀ ਕਰਨ ਆਪੇ, ਜਦੋਂ ਯਿਸੂ ਮਸੀਹ ਯਰੂਸ਼ਲਮ ਦੇ ਵਿੱਚ ਪ੍ਰਵੇਸ਼ ਹੋਏ ਤਾਂ ਕੀ ਹੋਇਆ, ਜਦੋਂ ਉਹ ਲਿਖਿਆ ਵਾ ਆ, ਜਦੋਂ ਉਹ ਯਰੂਸ਼ਲਮ ਸ਼ਹਿਰ ਦੇ ਹੋਰ ਨੇੜੇ ਪਹੁੰਚੇ ਤਾਂ ਜਦੋਂ ਯਰੂਸ਼ਲਮ ਦੇ ਸ਼ਹਿਰ ਦੇ ਹੋਰ ਨੇੜੇ ਪਹੁੰਚੇ, ਜਿਹੜਾ ਉਹ ਪਰਬਤ ਜੈਤੂਨ ਦਾ ਉਹ ਪਰਬਤ ਹੈ, ਉਸ ਪਹਾੜ ਤੋਂ ਯਿਸੂ ਮਸੀਹ ਢਲਾਣ ਤੋਂ ਥੱਲੇ ਆ ਰਹੇ ਆ ਤਾਂ ਯਿਸੂ ਮਸੀਹ ਕੀ ਕਰਦੇ ਆ, ਤਾਂ ਉਸ ਸ਼ਹਿਰ ਨੂੰ, ਯਰੂਸ਼ਲਮ ਸ਼ਹਿਰ ਨੂੰ ਦੇਖ ਕੇ ਰੋ ਪਏ। ਉਹਨਾਂ ਨੇ ਕਿਹਾ, ਕਿੰਨਾ ਹੀ ਚੰਗਾ ਹੁੰਦਾ ਕਿ ਹੇ ਯਰੂਸ਼ਲਮ ਤੂੰ ਅੱਜ ਦੇ ਦਿਨ ਜਾਣ ਜਾਂਦਾ। ਕਿਉਂਕਿ ਯਰੂਸ਼ਲਮ ਦੇ ਜਿਹੜੇ ਲੋਕ ਸੀਗੇ ਉਹਨਾਂ ਨੇ ਪ੍ਰਭੂ ਯਿਸੂ ਮਸੀਹ ਨੂੰ ਗ੍ਰਹਿਣ ਨਹੀਂ ਕੀਤਾ ਸੀਗਾ। ਤੇ ਯਿਸੂ ਮਸੀਹ ਯਰੂਸ਼ਲਮ ਦੇ ਲੋਕਾਂ ਨੂੰ ਦੇਖ ਕੇ ਰੋ ਪਿਆ ਕਿ ਕਿਉਂਕਿ ਉਹਨਾਂ ਨੇ ਯਿਸੂ ਮਸੀਹ ਨੂੰ ਗ੍ਰਹਿਣ ਨਹੀਂ ਕੀਤਾ। ਪਰਮੇਸ਼ਰ ਦੇ ਨਾਮ ਤੇ ਪ੍ਰਭੂ ਯਿਸੂ ਮਸੀਹ ਇਸ ਸੰਸਾਰ ਦੇ ਵਿੱਚ ਆਏ ਤੇ ਉਹਨਾਂ ਲੋਕਾਂ ਨੇ ਯਿਸੂ ਮਸੀਹ ਨੂੰ ਕੀ ਕਰ ਦਿੱਤਾ, ਅਸਵੀਕਾਰ ਕਰ ਦਿੱਤਾ। ਤੇ ਯਿਸੂ ਮਸੀਹ ਗਧੀ ਦੇ ਬੱਚੇ ਤੇ ਕਿਉਂ ਸਵਾਰ ਹੋਏ, ਕਿਉਂਕਿ
ਜਿਹੜੇ ਸੀਗੇ ਉਸ ਜਿਸ ਤਰ੍ਹਾਂ ਅਸੀਂ ਕੂਚ ਦੇ 34ਵੇਂ ਅਧਿਆਇ ਦੇ ਵਿੱਚ 19 ਆਇਤ ਵਿੱਚ ਪੜ੍ਹਿਆ ਕਿ ਜਿਹੜੀ ਗਧਾ ਸੀਗਾ ਉਸ ਦੀ ਬਲੀ ਪਰਮੇਸ਼ਰ ਸਵੀਕਾਰ ਨਹੀਂ ਸੀਗਾ ਕਰਦਾ। ਤੇ ਇਸੇ ਤਰ੍ਹਾਂ ਪਰਮੇਸ਼ਰ ਅਸੀਂ ਵੀ ਪਰਮੇਸ਼ਰ ਦੇ ਸਾਹਮਣੇ ਉਸ ਗਧੇ ਦੀ ਤਰ੍ਹਾਂ ਸੀਗੇ ਜਿਸ ਦੀ ਭੇਟ, ਜਿਸ ਦੀ ਬਲੀ ਸਵੀਕਾਰ ਨਹੀਂ ਕਰਦਾ ਸੀਗਾ ਪਰਮੇਸ਼ਰ, ਕਿਉਂਕਿ ਅਸੀਂ ਆਦਮ ਦੇ DNA ਦੇ ਦੁਆਰਾ, ਉਸ ਦੇ ਪਾਪ ਦੇ ਦੁਆਰਾ ਅਸੀਂ ਪਾਪੀ ਹੋ ਗਏ ਸੀਗੇ। ਤੇ ਯਿਸੂ ਮਸੀਹ ਸਾਨੂੰ ਛੁਡਾਉਣ ਦੇ ਲਈ ਉਸ ਗਧੀ ਦੇ ਬੱਚੇ ਉੱਤੇ ਸਵਾਰ ਹੋਇਆ। ਮਤਲਬ ਉਹਨੇ ਕੀ ਕੀਤਾ, ਗਧੀਆਂ ਨੂੰ ਕੀ ਕੀਤਾ, ਗ੍ਰਹਿਣ ਕੀਤਾ। ਉਸਨੇ ਮੈਨੂੰ ਗ੍ਰਹਿਣ ਕੀਤਾ, ਤੁਹਾਨੂੰ ਗ੍ਰਹਿਣ ਕੀਤਾ, ਤੇ ਗਧਿਆਂ ਨੂੰ ਯਿਸੂ ਮਸੀਹ ਨੇ ਗ੍ਰਹਿਣ ਕੀਤਾ। ਹਾਲੇਲੂਇਆ। ਤੇ ਜਿੰਨੀਆਂ ਵੀ ਭਵਿੱਖਬਾਣੀਆਂ ਲਿਖੀਆਂ ਹੋਈਆਂ ਸੀਗੀਆਂ ਉਹ ਪੂਰੀਆਂ ਹੋਈਆਂ। ਆਦਮ ਦੇ ਪਾਪ ਦੇ ਕਾਰਨ ਜੋ ਪੂਰੀ ਮਾਨਵ ਜਾਤੀ ਦੇ ਵਿੱਚ ਪਾਪ ਆ ਗਿਆ ਸੀਗਾ, ਉਸ ਪਾਪ ਦੀ ਕੀਮਤ ਜਿਹੜੀ ਬਲੀ ਦਿੱਤੀ ਜਾਂਦੀ ਸੀਗੀ, ਉਹ ਬਲੀ ਯਿਸੂ ਮਸੀਹ ਖੁਦ ਬਣਿਆ। ਉਹ ਮੈਨੂੰ ਛੁਡਾਉਣ ਦੇ ਲਈ, ਤੁਹਾਨੂੰ ਛੁਡਾਉਣ ਦੇ ਲਈ, ਕਿਉਂਕਿ ਜਿਹੜਾ ਪੁਰਾਣੇ ਨਿਯਮ ਦੇ ਵਿੱਚ ਗਧਾ ਸਵੀਕਾਰ ਨਹੀਂ ਕੀਤਾ ਜਾਂਦਾ ਸੀਗਾ। ਤੇ ਯਿਸੂ ਮਸੀਹ ਨੇ ਮੈਨੂੰ ਤੇ ਤੁਹਾਨੂੰ, ਜੋ ਅਸੀਂ ਗਧੇ ਦੇ ਸਮਾਨ ਸੀਗੇ, ਅਸੀਂ ਉਹ ਸਵੀਕਾਰ ਸੀਗੇ, ਪਰਮੇਸ਼ਰ ਦੇ ਅਯੋਗ ਸੀਗੇ, ਪਰਮੇਸ਼ਰ ਦੇ ਯੋਗ ਨਹੀਂ ਸੀਗੇ, ਤੇ ਪਰਮੇਸ਼ਰ ਨੇ ਕੀ ਕੀਤਾ, ਸਾਨੂੰ ਸਵੀਕਾਰ ਕੀਤਾ। ਤੇ ਫਿਰ ਉਸ ਤੋਂ ਬਾਅਦ ਕੀ ਹੋਇਆ, ਜਦੋਂ ਅਸੀਂ 22ਵਾਂ ਅਧਿਆਇ ਪੜ੍ਹਦੇ ਹਾਂ ਤਾਂ ਉੱਥੇ ਲਿਖਿਆ ਵਾ 22ਵਾਂ ਅਧਿਆਇ, ਤਾਂ ਉੱਥੇ ਕੀ ਹੋਇਆ, ਉਸ ਤੋਂ ਬਾਅਦ ਪਰਬ ਆਇਆ। ਜਦੋਂ ਯਿਸੂ ਮਸੀਹ ਯਰੂਸ਼ਲਮ ਦੇ ਵਿੱਚ ਆ ਗਏ, ਉਸ ਤੋਂ ਬਾਅਦ ਕੀ ਹੋਇਆ, ਜਿਹੜਾ ਖਮੀਰੀ ਰੋਟੀ ਦਾ ਤਿਉਹਾਰ ਸੀਗਾ, ਪਰਬ ਸੀਗਾ, ਉਹ ਨੇੜੇ ਆ ਗਿਆ। ਤਾਂ ਕੀ ਹੋਇਆ, ਜਦੋਂ ਅਸੀਂ ਇਹ 22ਵਾਂ ਅਧਿਆਇ ਉਹਦੀ 1 ਤੋਂ ਲੈ ਕੇ 27 ਆਇਤ ਤੱਕ ਪੜ੍ਹਦੇ ਹਾਂ। ਤੁਸੀਂ ਪੜ੍ਹਨਾ ਸਾਰਿਆਂ ਨੇ, ਤੇ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਜਾਂਦੀ ਹੈ, ਇਸ ਕਰਕੇ ਮੈਂ ਸ਼ਾਰਟ ਦੇ ਵਿੱਚ ਪੜ੍ਹਾਂਗਾ। ਜਦੋਂ ਤਿਉਹਾਰ ਮਨਾਇਆ ਜਾਂਦਾ ਸੀਗਾ, ਇਹ ਤਿਉਹਾਰ ਜਿਹੜਾ ਆ ਇਹ ਪੁਰਾਣੇ ਨੇਮ ਦੇ ਵਿੱਚ ਵੀ ਮਨਾਇਆ ਜਾਂਦਾ ਸੀਗਾ। ਕੂਚ ਉਹਦਾ 12ਵਾਂ ਅਧਿਆਇ ਉਹਦੀ 1 ਤੋਂ ਲੈ ਕੇ 27 ਤੱਕ ਇਹ ਤਿਉਹਾਰ ਦੇ ਬਾਰੇ ਲਿਖਿਆ ਹੋਇਆ। ਜਦੋਂ ਅਸੀਂ ਲੂਕਾ ਉਹਦਾ 22ਵਾਂ ਅਧਿਆਇ ਪੜ੍ਹਦੇ ਹਾਂ, ਉਹਦੀ 1 ਆਇਤ ਦੇ ਵਿੱਚ ਲਿਖਿਆ ਵਾ, ਖਮੀਰੀ ਰੋਟੀ ਦਾ ਤਿਉਹਾਰ ਜਿਸ ਨੂੰ ਪਸਾਹ ਵੀ ਕਿਹਾ ਜਾਂਦਾ, ਨੇੜੇ ਆ ਰਿਹਾ ਸੀ। ਮਹਾਂਪੁਰੋਹਿਤ ਅਤੇ ਧਰਮ ਗ੍ਰੰਥੀ ਯਿਸੂ ਨੂੰ ਮਾਰਨ ਦੀ ਵਿਉਂਤ ਬਣਾ ਰਹੇ ਸਨ। ਉਸ ਤੋਂ ਬਾਅਦ 7 ਆਇਤ ਪੜਾਂਗੇ। ਖਮੀਰੀ ਰੋਟੀ ਦੇ ਤਿਉਹਾਰ ਦਾ ਉਹ ਦਿਨ ਸੀ ਜਿਸ ਦਿਨ ਪਸਾਹ ਦੇ ਭੋਜਨ ਦਾ ਲੀਲਾ ਵੱਢਿਆ ਜਾਣਾ ਸੀ। ਯਿਸੂ ਨੇ ਪਤਰਸ ਤੇ ਯੋਹੰਨਾ ਨੂੰ ਇਹ ਕਹਿ ਕੇ ਘੱਲਿਆ, ਜਾਓ ਅਤੇ ਸਾਡੇ ਖਾਣ ਲਈ ਪਸਾਹ ਦਾ ਭੋਜਨ ਤਿਆਰ ਕਰੋ। ਉਹਨਾਂ ਨੇ ਯਿਸੂ ਤੋਂ ਪੁੱਛਿਆ, ਤੁਸੀਂ ਕਿੱਥੇ ਚਾਹੁੰਦੇ ਹੋ ਕਿ ਅਸੀਂ ਭੋਜਨ ਤਿਆਰ ਕਰੀਏ? ਯਿਸੂ ਨੇ ਉਹਨਾਂ ਦੋਹਾਂ ਚੇਲਿਆਂ ਨੂੰ ਉੱਤਰ ਦਿੱਤਾ, ਜਦੋਂ ਤੁਸੀਂ ਸ਼ਹਿਰ ਵਿੱਚ ਜਾਓ ਤਾਂ ਇੱਕ ਆਦਮੀ ਨੂੰ ਪਾਣੀ ਦਾ ਘੜਾ ਚੁੱਕੀ ਜਾਂਦਿਆਂ ਦੇਖੋਗੇ। ਉਸ ਦੇ ਪਿੱਛੇ ਜਾਣਾ, ਜਿਸ ਘਰ ਦੇ ਅੰਦਰ ਉਹ ਜਾਵੇ ਤੁਸੀਂ ਵੀ ਉਸ ਘਰ ਵਿੱਚ ਜਾਣਾ ਅਤੇ ਉਸ ਘਰ ਦੇ ਮਾਲਕ ਨੂੰ ਕਹਿਣਾ, ਸਾਡੇ ਗੁਰੂ ਜੀ ਪੁੱਛਦੇ ਹਨ ਕਿ ਉਹ ਬੈਠਕ ਕਿੱਥੇ ਹੈ ਜਿੱਥੇ ਮੈਂ ਆਪਣੇ ਚੇਲਿਆਂ ਦੇ ਨਾਲ ਪਸਾਹ ਦਾ ਭੋਜਨ ਕਰਾਂ। ਉਹ ਤੁਹਾਨੂੰ ਇੱਕ ਸਜਾਏ ਚੁਬਾਰੇ ਵਿੱਚ ਲੈ ਜਾਵੇਗਾ, ਉੱਥੇ ਤੁਸੀਂ ਤਿਆਰ ਕਰਨਾ। ਉਹ ਗਏ ਅਤੇ ਸਭ ਕੁਝ ਉਸੇ ਤਰ੍ਹਾਂ ਠੀਕ ਦੇਖਿਆ, ਜਿਸ ਤਰ੍ਹਾਂ ਯਿਸੂ ਮਸੀਹ ਨੇ ਕਿਹਾ ਸੀਗਾ, ਉਸੇ ਤਰ੍ਹਾਂ ਚੇਲਿਆਂ ਨੂੰ ਦੇਖਿਆ। ਉੱਥੇ ਜਾ ਕੇ ਯਿਸੂ ਮਸੀਹ ਦੇ ਚੇਲਿਆਂ ਨੇ ਉਸ ਕਮਰੇ ਨੂੰ ਦੇਖਿਆ ਜਿਸ ਤਰ੍ਹਾਂ ਯਿਸੂ ਨੇ ਉਹਨਾਂ ਨੂੰ ਦੱਸਿਆ ਸੀ। ਫਿਰ ਉਹਨਾਂ ਨੇ ਪਸਾਹ ਦਾ ਭੋਜਨ ਤਿਆਰ ਕੀਤਾ। ਜਦੋਂ ਪਸਾਹ ਦਾ ਭੋਜਨ ਤਿਆਰ ਹੋ ਗਿਆ ਤਾਂ ਕੀ ਹੋਇਆ, ਉਸ ਤੋਂ ਬਾਅਦ ਜਦੋਂ ਭੋਜਨ ਦਾ ਸਮਾਂ ਆ ਗਿਆ, ਯਿਸੂ ਆਪਣੇ ਚੇਲਿਆਂ ਦੇ ਨਾਲ ਖਾਣਾ ਖਾਣ ਲਈ ਬੈਠੇ। ਯਿਸੂ ਨੇ ਉਹਨਾਂ ਨੂੰ ਕਿਹਾ, ਮੇਰੀ ਇਹ ਦਿਲੀ ਖਵਾਇਸ਼ ਸੀ ਕਿ ਦੁੱਖ ਸਹਿਣ ਤੋਂ ਪਹਿਲਾਂ, ਮਤਲਬ ਸਲੀਬ ਉੱਤੇ ਚੜ੍ਹਨ ਤੋਂ ਪਹਿਲਾਂ ਤੁਹਾਡੇ ਨਾਲ ਇਹ ਭੋਜ ਕਰਾਂ। ਮੈਂ ਤੁਹਾਨੂੰ ਇਸ ਬਾਰੇ ਇਹ ਵੀ ਦੱਸਦਾ ਹਾਂ ਕਿ ਮੈਂ ਇਹ ਭੋਜ ਅੱਗੇ ਤੋਂ ਤਦ ਤੱਕ ਨਹੀਂ ਖਾਵਾਂਗਾ ਜਦੋਂ ਤੱਕ ਕਿ ਇਸ ਦਾ ਪ੍ਰਯੋਜਨ ਪਰਮੇਸ਼ਰ ਦੇ ਰਾਜ ਵਿੱਚ ਪੂਰਾ ਨਾ ਹੋ ਜਾਏ। ਫਿਰ ਯਿਸੂ ਨੇ ਪਿਆਲਾ ਲਿਆ। ਯਿਸੂ ਮਸੀਹ ਨੇ ਕੀ ਲਿਆ? ਪਿਆਲਾ ਲਿਆ, ਪਰਮੇਸ਼ਰ ਨੂੰ ਧੰਨਵਾਦ ਦਿੱਤਾ ਤੇ ਕਿਹਾ, ਲਓ ਇਸ ਨੂੰ ਆਪੋ ਵਿੱਚ ਵੰਡ ਲਓ। ਮੈਂ ਤੁਹਾਨੂੰ ਦੱਸਦਾ ਹਾਂ ਕਿ ਅੱਜ ਤੋਂ ਅੱਗੇ ਜਦੋਂ ਤੱਕ ਪਰਮੇਸ਼ਰ ਦਾ ਰਾਜ ਨਾ ਆ ਜਾਵੇ ਮੈਂ ਅੰਗੂਰਾਂ ਦੀ ਪੈਦਾਵਾਰ ਨਹੀਂ ਪੀਵਾਂਗਾ। ਇਸ ਦੇ ਪਿੱਛੋਂ ਯਿਸੂ ਨੇ ਰੋਟੀ ਲਈ। ਯਿਸੂ ਮਸੀਹ ਨੇ ਕੀ ਕੀਤਾ? ਪਸਾਹ ਦੇ ਪਰਬ ਸਮੇਂ, ਪਸਾਹ ਦਾ ਪਰਬ ਉਹ ਸੀਗਾ ਜਦੋਂ ਲੋਕ ਬਲੀਆਂ ਚੜਾਉਂਦੇ ਹੁੰਦੇ ਸੀਗੇ, ਪਰ ਯਿਸੂ ਮਸੀਹ ਇੱਥੇ ਕੀ ਕਰ ਰਿਹਾ ਆ? ਯਿਸੂ ਮਸੀਹ ਲੋਕ ਪਸਾਹ ਦਾ ਪਰਬ ਮਨਾ ਰਹੇ ਆ, ਯਿਸੂ ਮਸੀਹ ਵੀ ਮਨਾ ਰਿਹਾ ਆ, ਲੋਕ ਬਲੀਆਂ ਚੜਾ ਰਹੇ ਆ, ਯਿਸੂ ਮਸੀਹ ਕੀ ਕਰ ਰਿਹਾ ਆ? ਦੇਖਣਾ, ਇਸ ਦੇ ਪਿੱਛੋਂ ਯਿਸੂ ਨੇ ਰੋਟੀ ਲਈ। ਪਹਿਲਾਂ ਦੀ ਤਰ੍ਹਾਂ ਪਰਮੇਸ਼ਰ ਨੂੰ
ਨੂੰ ਧੰਨਵਾਦ ਦਿੰਦੇ ਹੋ ਉਹਨਾਂ ਨੂੰ ਕਿਹਾ, ਉਹਨਾਂ ਨੂੰ ਤੋੜਿਆ ਅਤੇ ਚੇਲਿਆਂ ਨੂੰ ਦਿੱਤਾ ਅਤੇ ਕਿਹਾ ਇਹ ਮੇਰਾ ਸਰੀਰ ਹੈ। ਹਾਲੇਲੂਇਆ। ਯਿਸੂ ਮਸੀਹ ਨੇ ਰੋਟੀ ਤੋੜੀ ਤਾਂ ਚੇਲਿਆਂ ਨੂੰ ਦਿੱਤੀ ਕਿ ਇਹ ਮੇਰਾ ਸਰੀਰ ਹੈ। ਹਾਲੇਲੂਇਆ। ਸਰੀਰ ਹੈ। ਯਿਸੂ ਮਸੀਹ ਨੇ ਰੋਟੀ ਦੇ ਰੂਪ ਦੇ ਵਿੱਚ ਸਰੀਰ ਦੇ ਰੂਪ ਦੇ ਵਿੱਚ ਰੋਟੀ ਨੂੰ ਤੋੜਿਆ ਕਿ ਇਹ ਮੇਰਾ ਸਰੀਰ ਹੈ। ਲੋਕ ਵੀ ਇਸ ਪਰਬ ਨੂੰ ਮਨਾ ਰਹੇ ਆ, ਲੋਕ ਬਲੀਆਂ ਚੜਾ ਰਹੇ ਆ, ਪਰ ਯਿਸੂ ਮਸੀਹ ਕੀ ਕਰ ਰਿਹਾ? ਰੋਟੀ ਤੋੜ ਰਿਹਾ ਆ, ਮਤਲਬ ਆਪਣਾ ਸਰੀਰ ਤੋੜ ਰਿਹਾ ਆ। ਇਹ ਮੇਰਾ ਸਰੀਰ ਹੈ ਜੋ ਤੁਹਾਡੇ ਲਈ ਦਿੱਤਾ ਜਾਂਦਾ ਹੈ, ਜੋ ਤੁਹਾਡੇ ਲਈ ਮੇਰੇ ਲਈ ਦਿੱਤਾ ਜਾਂਦਾ ਹੈ। ਲੋਕ ਬਲੀਆਂ ਦੇ ਦੁਆਰਾ ਪਾਪ ਮਾਫ ਕਰਾਉਂਦੇ ਸੀ। ਯਿਸੂ ਮਸੀਹ ਨੇ ਕੀ ਕੀਤਾ? ਆਪਣੇ ਸਰੀਰ ਦੇ ਦੁਆਰਾ ਸਾਡੇ ਪਾਪਾਂ ਤੇ ਗੁਨਾਹਾਂ ਨੂੰ ਕੀ ਕਰ ਦਿੱਤਾ? ਖਤਮ ਕਰ ਦਿੱਤਾ। ਹਾਲੇਲੂਇਆ। ਸਰੀਰ ਹੈ ਜੋ ਤੁਹਾਡੇ ਲਈ ਦਿੱਤਾ ਜਾਂਦਾ ਹੈ, ਮੇਰੀ ਯਾਦ ਵਿੱਚ ਇਹ ਕਰਿਆ ਕਰੋ। ਯਿਸੂ ਮਸੀਹ ਕਹਿੰਦਾ ਮੇਰੀ ਯਾਦ ਵਿੱਚ ਇਹ ਕਰਿਆ ਕਰੋ। ਇਸੇ ਤਰ੍ਹਾਂ ਖਾਣੇ ਦੇ ਪਿੱਛੋਂ ਯਿਸੂ ਨੇ ਉਹਨਾਂ ਨੂੰ ਪਿਆਲਾ ਦਿੱਤਾ ਤੇ ਕਿਹਾ ਇਹ ਪਿਆਲਾ, ਜਦੋਂ ਉਹਨਾਂ ਨੇ ਉਹ ਰੋਟੀ ਖਾ ਲਈ, ਯਿਸੂ ਮਸੀਹ ਦਾ ਸਰੀਰ ਖਾ ਲਿਆ, ਖਾਣ ਦੇ ਪਿੱਛੋਂ ਯਿਸੂ ਮਸੀਹ ਨੇ ਪਿਆਲਾ ਦਿੱਤਾ ਤੇ ਕਿਹਾ ਇਹ ਪਿਆਲਾ ਪਰਮੇਸ਼ਰ ਦੇ ਨਵੇਂ ਨੇਮ ਦਾ ਹੈ ਜੋ ਮੇਰੇ ਲਹੂ ਦੁਆਰਾ ਮੋਹਰ ਕੀਤਾ ਗਿਆ ਹੈ, ਇਹ ਤੁਹਾਡੇ ਲਈ ਵਹਾਇਆ ਜਾਂਦਾ ਹੈ। ਹਾਲੇਲੂਇਆ। ਇਹ ਤੁਹਾਡੇ ਲਈ ਵਹਾਇਆ ਜਾਂਦਾ ਹੈ। ਯਿਸੂ ਮਸੀਹ ਨੇ ਆਪਣਾ ਲਹੂ ਤੇ ਆਪਣੀ ਦੇਹ ਸਾਨੂੰ ਖਾਣ ਤੇ ਪੀਣ ਦੇ ਲਈ ਦਿੱਤੀ ਆ। ਤੇ ਇਹ ਜਿਹੜਾ ਤਿਉਹਾਰ ਹੈ, ਇਹ ਜਿਹੜਾ ਪਰਬ ਹੈ, ਜਿਹੜਾ ਫਸਾ ਦਾ ਪਰਬ ਹੈ, ਖਮੀਰੀ ਰੋਟੀ ਦਾ ਤਿਉਹਾਰ ਹੈ, ਇੱਕ ਪੁਰਾਣੇ ਨੇਮ ਦੇ ਵਿੱਚ ਕੂਚ ਦੀ ਕਿਤਾਬ ਉਹਦਾ 12ਵਾਂ ਅਧਿਆਏ ਉਹਦੀ 1 ਤੋਂ ਲੈ ਕੇ 27 ਤੱਕ ਵੀ ਮਿਲਦਾ ਆ। ਇਹ ਪੁਰਾਣੇ ਨੇਮ ਦੇ ਵਿੱਚ ਕੀ ਹੁੰਦਾ ਸੀਗਾ ਕਿ ਲੋਕ ਇਸ ਤਿਉਹਾਰ ਵਾਲੇ ਦਿਨ ਕੀ ਕਰਦੇ ਸੀਗੇ? ਬਲੀਆਂ ਚੜਾਉਂਦੇ ਹੁੰਦੇ ਸੀਗੇ। ਹਾਲੇਲੂਇਆ। ਬਲੀਆਂ ਚੜਾਉਂਦੇ ਹੁੰਦੇ ਸੀਗੇ। ਉਹ ਜਿਹੜੀਆਂ ਬਲੀਆਂ ਦੇ ਦੁਆਰਾ ਕੀ ਕਰਦੇ ਹੁੰਦੇ ਸੀਗੇ? ਪਰਮੇਸ਼ਰ ਬਲੀਆਂ, ਜਦੋਂ 12ਵਾਂ ਅਧਿਆਇ ਪੜ੍ਹਦੇ ਆ ਕੂਚ, ਉਹਦਾ 12ਵਾਂ ਅਧਿਆਇ ਉਹਦੀ 1 ਤੋਂ ਲੈ ਕੇ ਇਹ ਸਾਨੂੰ 27 ਤੱਕ ਮਿਲਦਾ ਆ। ਤੇ ਤੁਸੀਂ ਪੜ੍ਹਨਾ। ਇਸ ਘਟਨਾ ਦੇ ਵਿੱਚ ਲੋਕ ਕੀ ਕਰਦੇ ਸੀਗੇ? ਪਰਮੇਸ਼ਰ ਦੇ ਸਾਹਮਣੇ ਕੀ ਕਰਦੇ ਸੀਗੇ? ਬਲੀਆਂ ਚੜਾਉਂਦੇ ਸੀਗੇ। ਮੈਂ 21 ਆਇਤ ਤੋਂ ਤੁਹਾਡੇ ਲਈ ਪੜਾਂਗਾ। ਤਦ ਮੂਸਾ ਨੇ ਇਸਰਾਏਲੀਆਂ ਦੇ ਸਭ ਬਜ਼ੁਰਗਾਂ ਨੂੰ ਸੱਦ ਕੇ ਕਿਹਾ ਤੁਸੀਂ ਆਪਣੇ ਆਪਣੇ ਟੱਬਰ ਸਮੇਤ ਇੱਕ ਲੇਲਾ, ਪੁਰਾਣੇ ਨਿਯਮ ਦੇ ਵਿੱਚ ਕੀ ਹੁੰਦਾ ਸੀਗਾ? ਇਹ ਤਿਉਹਾਰ ਕਿੱਦਾਂ ਮਨਾਇਆ ਜਾਂਦਾ ਸੀਗਾ? ਲੇਲਾ ਚੁਣ ਲੈਣਾ ਲਵੋ ਕਿ ਤੁਸੀਂ ਉਸ ਨੂੰ ਪਸਾਹ ਦੇ ਤਿਉਹਾਰ ਦਾ ਕਰਕੇ ਕੱਟੋ। ਤੁਸੀਂ ਇੱਕ ਵਾਲਾਂ ਦਾ ਬੁਰਸ਼ ਲੈ ਕੇ ਉਸ ਨੂੰ ਲੇਲੇ ਦੇ ਲਹੂ ਵਿੱਚ ਡੋਬੋ ਅਤੇ ਫਿਰ ਉਸ ਬੁਰਸ਼ ਨਾਲ ਲਹੂ ਅਤੇ ਘਰ ਦੇ ਬਾਹਰਲੇ ਬੂਹਿਆਂ ਦੀਆਂ ਚੌਗਾਠਾਂ ਅਤੇ ਉੱਪਰਲੇ ਸਿਰਿਓਂ ਤੇ ਲਾ ਦੇਣਾ। ਤੁਹਾਡੇ ਵਿੱਚੋਂ ਕੋਈ ਅਗਲੀ ਸਵੇਰ ਤੱਕ ਆਪਣੇ ਆਪਣੇ ਘਰ ਤੋਂ ਬਾਹਰ ਨਾ ਨਿਕਲੇ। ਜਦੋਂ ਪ੍ਰਭੂ ਰਾਤ ਦੇ ਵੇਲੇ ਮਿਸਰ ਵਿੱਚੋਂ ਦੀਆਂ ਬਿਮਾਰੀਆਂ ਨੂੰ ਮਾਰਨ ਨਿਕਲੇਗਾ। ਜਦੋਂ ਪ੍ਰਭੂ ਰਾਤ ਦੇ ਵੇਲੇ ਮਿਸਰ ਵਿੱਚੋਂ ਮਿਸਰੀਆਂ ਨੂੰ ਮਾਰਨ ਲਈ ਨਿਕਲੇਗਾ ਅਤੇ ਉਹ ਤੁਹਾਡੇ ਬੂਹਾਂ ਉੱਤੇ ਇਹ ਲਹੂ ਦੇਖੇਗਾ ਤਾਂ ਉਹ ਮੌਤ ਦੇ ਸਵਰਗਦੂਤਾਂ ਨੂੰ ਤੁਹਾਡੇ ਘਰ ਅੰਦਰ ਨਹੀਂ ਜਾਣ ਦੇਵੇਗਾ। ਤੁਸੀਂ ਅਤੇ ਤੁਹਾਡੀ ਸੰਤਾਨ ਇਸ ਸੰਸਕਾਰ ਦੀ ਹਮੇਸ਼ਾ ਪਾਲਣਾ ਕਰੇ। ਜਦੋਂ ਤੁਸੀਂ ਪ੍ਰਭੂ ਦੀ ਪ੍ਰਤਿਗਿਆ ਕੀਤੀ ਧਰਤੀ ਤੇ ਪਹੁੰਚ ਜਾਵੋ ਤਾਂ ਤੁਸੀਂ ਇਸ ਸੰਸਕਾਰ ਦੀ ਪਾਲਣਾ ਉੱਥੇ ਵੀ ਕਰਨਾ। ਇਹ ਕਰਨ ਤੇ ਜਦੋਂ ਤੁਹਾਡੇ ਬੱਚੇ ਪੁੱਛਣ ਇਸ ਦਾ ਕੀ ਅਰਥ ਹੈ ਤਾਂ ਤੁਸੀਂ ਉਹਨਾਂ ਨੂੰ ਉੱਤਰ ਦੇਣਾ ਇਹ ਪ੍ਰਭੂ ਦੇ ਲਈ ਪਸਾਹ ਦੇ ਤਿਉਹਾਰ ਦੀ ਬਲੀ ਹੈ। ਇਸ ਦਿਨ ਪ੍ਰਭੂ ਮਿਸਰ ਦੇ ਵਿੱਚੋਂ ਦੀ ਲੰਘਿਆ ਸੀ ਅਤੇ ਉਸ ਨੇ ਮਿਸਰੀਆਂ ਨੂੰ ਮਾਰਿਆ ਸੀ ਪਰ ਸਾਨੂੰ ਬਚਾ ਲਿਆ। ਹਾਲੇਲੂਇਆ। ਇਹ ਉਸ ਸਮੇਂ ਦੀ ਘਟਨਾ, ਜਦੋਂ ਮੂਸਾ ਦੇ ਸਮੇਂ ਦੀ ਘਟਨਾ ਆ। ਪਰ ਨਿਊ ਟੈਸਟਾਮੈਂਟ ਦੇ ਵਿੱਚ ਪਰਮੇਸ਼ਰ ਨੇ ਸਾਨੂੰ ਉਸ ਪਾਪ ਤੋਂ ਛੁਡਾ ਲਿਆ ਤੇ ਉਸ ਗੁਲਾਮੀ ਤੋਂ ਛੁਡਾ ਲਿਆ ਤੇ ਆਪਣਾ ਕੀਮਤੀ ਲਹੂ ਦੇ ਕੇ ਤੇ ਪਾਪ ਨੂੰ ਕੀ ਕਰ ਦਿੱਤਾ? ਖਤਮ ਕਰ ਦਿੱਤਾ। ਹਾਲੇਲੂਇਆ। ਤੇ ਜਦੋਂ ਯਿਸੂ ਮਸੀਹ ਸੰਸਾਰ ਦੇ ਵਿੱਚ ਜਿਹੜਾ ਫਸਾ ਦਾ ਪਰਬ ਸੀਗਾ, ਉਸ ਸਮੇਂ ਇੱਕ ਲੇਲਾ ਵੱਢਿਆ ਜਾਂਦਾ ਸੀਗਾ, ਪਰ ਯਿਸੂ ਮਸੀਹ ਉਸ ਲੇਲੇ ਦੇ ਰੂਪ ਦੇ ਵਿੱਚ ਫਸਾ ਦੇ ਸਮੇਂ ਆਪਣੇ ਚੇਲਿਆਂ ਨੂੰ ਕਹਿ ਰਿਹਾ ਕਿ ਮੇਰਾ ਸਰੀਰ ਤੁਹਾਡੇ ਲਈ ਕੀ ਕੀਤਾ ਜਾਂਦਾ? ਅਰਪਣ ਕੀਤਾ ਜਾਂਦਾ ਆ। ਯਿਸੂ ਮਸੀਹ ਸਲੀਬ ਤੇ ਚੜ੍ਹਨ ਤੋਂ ਪਹਿਲਾਂ ਇਸ ਗੱਲ ਨੂੰ ਦੱਸਦੇ ਆ ਕਿ ਮੈਂ ਤੁਹਾਡੇ ਲਈ ਕੀ ਕੀਤਾ ਜਾਵਾਂਗਾ? ਮਾਰਿਆ ਜਾਵਾਂਗਾ। ਹਾਲੇਲੂਇਆ। ਪਾਮ ਸੰਡੇ ਦਾ ਮਤਲਬ ਹੈ ਕਿ ਪ੍ਰਭੂ ਯਿਸੂ ਮਸੀਹ ਦੀ ਤਿਆਰੀ ਆ ਕਿ ਪੂਰੀ ਮਾਨਵ ਜਾਤੀ ਨੂੰ ਬਚਾਉਣ ਦੇ ਲਈ
ਆਪਣੀ ਜਾਨ ਦੇਣ ਦੇ ਲਈ ਤਿਆਰ ਆ ਕਿ ਮੈਂ ਕੱਟਿਆ ਜਾਵਾਂਗਾ। ਯਿਸੂ ਮਸੀਹ ਨੇ ਰੋਟੀ ਤੋੜੀ। ਰੋਟੀ ਤੋੜਨਾ ਮਤਲਬ ਕੀ ਆ? ਫਸਾ ਦੇ ਸਮੇਂ ਰੋਟੀ ਨਹੀਂ ਤੋੜੀ ਜਾਂਦੀ ਸੀ ਪੁਰਾਣੇ ਨਿਯਮ ਦੇ ਵਿੱਚ, ਬਲਕਿ ਇੱਕ ਮੇਮਣਾ ਵੱਢਿਆ ਜਾਂਦਾ ਸੀਗਾ। ਯਿਸੂ ਮਸੀਹ ਉਹ ਫਸਾ ਦਾ ਮੇਮਣਾ ਆ। ਹਾਲੇਲੂਇਆ। ਨਿਊ ਟੈਸਟਮੈਂਟ ਦੇ ਵਿੱਚ ਉਹ ਮੇਮਣਾ ਆ। ਜਦੋਂ ਅਸੀਂ ਪ੍ਰਭੂ ਭੋਜ ਤੋੜਦੇ ਆ, ਪ੍ਰਭੂ ਭੋਜ ਲੈਂਦੇ ਆ, ਉਹ ਫਸਾ, ਉਹ ਪਰਵ ਮਨਾਉਂਦੇ ਆ ਯਿਸੂ ਮਸੀਹ ਦੀ ਯਾਦ ਦੇ ਵਿੱਚ। ਹਾਲੇਲੂਇਆ। ਪਾਮ ਸੰਡੇ ਦਾ ਮਤਲਬ ਯਿਸੂ ਮਸੀਹ ਅੰਤਲੇ ਦਿਨਾਂ ਦੇ ਵਿੱਚ ਉਹ ਗਧੀ ਦੇ ਬੱਚੇ ਉੱਤੇ ਸਵਾਰ ਹੋਏ। ਉਹ ਗਧੀ ਦੇ ਬੱਚੇ ਜਿਸ ਨੂੰ ਪੁਰਾਣੇ ਨੇਮ ਦੇ ਵਿੱਚ ਕਿ ਪਰਮੇਸ਼ਰ ਦੇ ਸਾਹਮਣੇ ਆਸਵੀਕਾਰ ਸੀਗਾ, ਗ੍ਰਹਿਣਯੋਗ ਨਹੀਂ ਸੀਗਾ। ਪਰ ਪਰਮੇਸ਼ਰ ਯਿਸੂ ਮਸੀਹ ਦੇ ਬਾਰੇ ਜਿੰਨੀਆਂ ਵੀ ਭਵਿੱਖਬਾਣੀਆਂ ਜ਼ਕਰਿਆ ਨਬੀ ਨੇ ਕੀਤੀਆਂ ਜਾਂ ਜਿੰਨੇ ਵੀ ਯਸ਼ਾਇਆ ਨਬੀ ਦੇ ਵਿੱਚ ਲਿਖੀਆਂ, ਉਹ ਇੱਕ ਇੱਕ ਪੂਰੀ ਹੋਈ। ਹਾਲੇਲੂਇਆ। ਤੇ ਪਰਮੇਸ਼ਰ ਨੇ ਉਹਨਾਂ ਸਾਰੀਆਂ ਘਟਨਾਵਾਂ ਨੂੰ ਪੂਰਾ ਕੀਤਾ। ਯਿਸੂ ਮਸੀਹ ਨੇ ਸਾਰੀਆਂ ਭਵਿੱਖਬਾਣੀਆਂ ਨੂੰ ਪੂਰਾ ਕੀਤਾ। ਤੇ ਯਿਸੂ ਮਸੀਹ ਉਹ ਫਸਾ ਦਾ ਮੇਮਣਾ ਆ ਜਿਹੜਾ ਅਸੀਂ ਕੀ ਕਰਦੇ ਆ? ਜਦੋਂ ਅਸੀਂ ਪ੍ਰਭੂ ਭੋਜ ਲੈਂਦੇ ਹਾਂ, ਰੋਟੀ ਤੋੜਦੇ ਹਾਂ, ਯਿਸੂ ਮਸੀਹ ਦਾ ਬਲੱਡ ਪੀਂਦੇ ਹਾਂ, ਤਾਂ ਯਿਸੂ ਮਸੀਹ ਦੀ ਯਾਦਗਾਰੀ ਦੇ ਵਿੱਚ ਯਿਸੂ ਮਸੀਹ ਨੇ ਕੀ ਕਿਹਾ? ਇਸ ਤਰ੍ਹਾਂ ਤੁਸੀਂ ਕਰਿਆ ਕਰੋ। ਜਦੋਂ ਅਸੀਂ ਲੂਕਾ 22ਵੇਂ ਅਧਿਆਇ ਦੇ ਵਿੱਚ ਪੜ੍ਹਦੇ ਹਾਂ, ਯਿਸੂ ਮਸੀਹ ਨੇ ਆਗਿਆ ਦਿੱਤੀ ਕਿ ਜਦੋਂ ਵੀ ਤੁਸੀਂ ਮੇਰੀ ਯਾਦਗਾਰੀ ਦੇ ਵਿੱਚ ਕੀ ਕਰਨਾ ਆ? ਤੁਸੀਂ ਇਹ ਕੰਮ ਕਰਨਾ ਆ। ਕੀ ਕਰਨਾ ਆ? ਰੋਟੀ ਤੋੜਨੀ ਹੈ ਤੇ ਪਿਆਲਾ ਲੈਣਾ ਆ। ਹਾਲੇਲੂਇਆ। ਜਦੋਂ ਅਸੀਂ ਰੋਟੀ ਤੋੜਦੇ ਹਾਂ ਤੇ ਇੱਕ ਉਹ ਯਿਸੂ ਮਸੀਹ ਨੂੰ ਯਾਦ ਕਰਦੇ ਹਾਂ ਕਿ ਯਿਸੂ ਮਸੀਹ ਮੇਰੇ ਲਈ ਮਾਰਿਆ ਗਿਆ, ਮੇਰੇ ਲਈ ਦੱਬਿਆ ਗਿਆ ਆ। ਹਾਲੇਲੂਇਆ। ਯਿਸੂ ਮਸੀਹ ਨੇ ਜਿਹੜਾ ਪਾਮ ਸੰਡੇ ਆ, ਪਾਮ ਸੰਡੇ ਦਾ ਮਤਲਬ ਹੀ ਇਹੀ ਆ ਕਿ ਯਿਸੂ ਮਸੀਹ ਯਰੂਸ਼ਲਮ ਦੇ ਵਿੱਚ ਪ੍ਰਵੇਸ਼ ਹੋਏ, ਪਰ ਉਹਨਾਂ ਨੇ ਕੀ ਕਰ ਦਿੱਤਾ? ਯਿਸੂ ਮਸੀਹ ਨੂੰ ਗ੍ਰਹਿਣ ਨਹੀਂ ਕੀਤਾ ਉਹਨਾਂ ਲੋਕਾਂ ਨੇ। ਤੇ ਯਿਸੂ ਮਸੀਹ ਨੇ ਉਹਨਾਂ ਲਈ ਵਰਲਾਪ ਕੀਤਾ। ਯਿਸੂ ਮਸੀਹ ਰੋਏ, ਦੁਖੀ ਹੋਏ ਉਹਨਾਂ ਦੇ ਲਈ ਕਿ ਯਿਸੂ ਮਸੀਹ ਉਹਨਾਂ ਨੂੰ ਬਚਾਉਣ ਦੇ ਲਈ ਆਏ ਸੀਗੇ। ਪਰ ਉਹਨਾਂ ਨੇ ਕੀ ਕੀਤਾ? ਧਰਮ ਗ੍ਰੰਥੀਆਂ ਨੇ, ਫਰੀਸੀਆਂ ਨੇ ਯਿਸੂ ਮਸੀਹ ਨੂੰ ਠੱਠਾ ਕੀਤਾ, ਮਜ਼ਾਕ ਕੀਤਾ, ਬਲਕਿ ਉਹਨਾਂ ਨੇ ਨਹੀਂ ਜਾਣਿਆ ਕਿ ਯਿਸੂ ਮਸੀਹ ਦੇ ਬਾਰੇ ਇਸ ਤਰ੍ਹਾਂ ਬਾਈਬਲ ਦੇ ਵਿੱਚ ਲਿਖਿਆ ਹੋਇਆ ਆ ਕਿ ਸਾਡਾ ਜਿਹੜਾ ਮੁਕਤੀਦਾਤਾ ਆ, ਸਾਡਾ ਛੁਡਾਉਣ ਵਾਲਾ ਉਧਾਰਕਰਤਾ ਆ ਰਿਹਾ ਆ। ਤੇ ਉਹਨਾਂ ਲੋਕਾਂ ਨੇ ਯਿਸੂ ਮਸੀਹ ਨੂੰ ਗ੍ਰਹਿਣ ਨਹੀਂ ਕੀਤਾ ਹੈਗਾ। ਅੱਜ ਮੇਰੇ ਭੈਣ ਤੋਂ ਭਰਾਵੋ, ਯਿਸੂ ਮਸੀਹ ਨੂੰ ਸਮਾਂ ਆ ਕਿ ਸਾਡੇ ਕੋਲ ਅਸੀਂ ਉਸ ਨੂੰ ਗ੍ਰਹਿਣ ਕਰੀਏ ਤੇ ਉਸ ਦੀ ਇਸ ਕੁਰਬਾਨੀ ਨੂੰ, ਜਿਹੜਾ ਆਪਣਾ ਸਰੀਰ ਯਿਸੂ ਮਸੀਹ ਨੇ ਮੇਰੇ ਲਈ ਤੇ ਤੁਹਾਡੇ ਲਈ ਦਿੱਤਾ ਆ। ਇਸ ਪਾਮ ਸੰਡੇ ਦਾ ਮਤਲਬ ਇਹ ਆ ਕਿ ਯਿਸੂ ਮਸੀਹ ਨੂੰ ਯਾਦ ਕਰੀਏ, ਉਸ ਦੀ ਕੁਰਬਾਨੀ ਨੂੰ ਯਾਦ ਕਰੀਏ। ਯਿਸੂ ਮਸੀਹ ਨੇ ਮੇਰੇ ਲਈ, ਤੁਹਾਡੇ ਲਈ ਆਪਣਾ ਸਰੀਰ ਤੇ ਲਹੂ ਦਿੱਤਾ ਆ। ਤੇ ਉਹਦੇ ਕੋੜੇ ਖਾਣ ਨਾਲ ਤੁਸੀਂ ਚੰਗੇ ਹੋਏ ਆ, ਤੇ ਉਸ ਦੀ ਮਾਰ ਖਾਣ ਨਾਲ ਤੁਸੀਂ ਚੰਗੇ ਹੋਏ ਆ, ਤੁਸੀਂ ਨਰੋਏ ਹੋਏ ਆ। ਤੇ ਯਿਸੂ ਮਸੀਹ ਕਰੂਸ ਉੱਤੇ ਪਾਪੀ ਠਹਿਰਾਇਆ ਗਿਆ ਕਿ ਅਸੀਂ ਕੀ ਹੋਈਏ? ਸਾਡਾ ਪਾਪ ਨਾ ਰਵੇ, ਕਿ ਅਸੀਂ ਧਰਮੇ ਠਹਿਰਾਏ ਜਾਈਏ। ਹਾਲੇਲੂਇਆ। ਬਾਈਬਲ ਕਹਿੰਦੀ ਆ ਉਹਦੇ ਮਾਰ ਖਾਣ ਦੇ ਨਾਲ ਕੀ ਕੀਤੇ ਹੋਏ ਆ? ਅਸੀਂ ਚੰਗੇ ਹੋਏ ਆ। ਹਾਲੇਲੂਇਆ। ਉਹਦੇ ਕੋੜੇ ਖਾਣ ਦੇ ਨਾਲ ਅਸੀਂ ਚੰਗੇ ਹੋਏ ਆ, ਸ਼ੁੱਧ ਹੋਏ ਆ, ਪਵਿੱਤਰ ਹੋਏ ਆ, ਸਾਫ਼ ਹੋਏ ਆ। ਹਾਲੇਲੂਇਆ। ਉਸਨੇ ਸਾਡੀਆਂ ਬਿਮਾਰੀਆਂ ਨੂੰ ਆਪਣੇ ਉੱਤੇ ਲੈ ਲਿਆ, ਸਾਡੀਆਂ ਗਰੀਬੀਆਂ ਨੂੰ, ਸਾਡੀਆਂ ਜਿੰਨੇ ਵੀ ਸਾਡੇ ਸਭ ਤੋਂ ਵੱਡਾ ਪਾਪ ਬਿਮਾਰੀ ਇਹੀ ਸੀ ਕਿ ਜਿਹੜਾ ਸਾਡੇ ਉੱਤੇ ਪਾਪ ਸੀਗਾ। ਯਿਸੂ ਮਸੀਹ ਨੇ ਪਾਮ ਸੰਡੇ ਵਾਲੇ ਦਿਨ ਕੀ ਕੀਤਾ? ਉਸ ਘਟਨਾ ਨੂੰ ਜਿਹੜੀ ਹੋਣ ਵਾਲੀ ਸੀਗੀ ਕੁਝ ਹਫ਼ਤਿਆਂ ਦੇ ਬਾਅਦ, ਯਿਸੂ ਮਸੀਹ ਜਾਨ ਦੇਣ ਵਾਲੇ ਸੀਗੇ, ਤੇ ਫਸਾ ਦਾ ਉਹ ਮੇਮਣਾ ਪਰਵ ਸੀਗਾ, ਇਹ ਜਿਹੜਾ ਪਾਮ ਸੰਡੇ ਜਿਹਨੂੰ ਕਿਹਾ ਜਾਂਦਾ ਆ। ਹਾਲੇਲੂਇਆ। ਤੇ ਇਹ ਪਰਵ ਦਾ ਮਤਲਬ ਇਹੀ ਹੈ ਕਿ ਯਿਸੂ ਮਸੀਹ ਦੀ ਉਸ ਸਲੀਬੀ ਮੌਤ ਨੂੰ ਯਾਦ ਕਰਨਾ, ਬਲਕਿ ਆਪਣਾ ਵਿਸ਼ਵਾਸ ਕਿਸੇ ਹੋਰ ਚੀਜ਼ 'ਤੇ ਨਹੀਂ ਰੱਖਣਾ, ਅਸੀਂ ਬਲੀਆਂ 'ਤੇ ਨਹੀਂ ਰੱਖਣਾ। ਕਿਉਂਕਿ ਅੱਜ ਵੀ ਬਹੁਤ ਸਾਰੇ ਲੋਕ ਯਰੂਸ਼ਲਮ ਦੇ ਵਿੱਚ ਲੋਕ ਬਲੀਆਂ ਚੜ੍ਹਾਉਂਦੇ ਆ ਤੇ ਉਹ ਨਿਊ ਟੈਸਟਮੈਂਟ ਵਿੱਚ ਨਹੀਂ ਹੈਗੇ। ਉਹ ਯਿਸੂ ਮਸੀਹ ਨੂੰ ਉਡੀਕ ਰਹੇ ਆ ਕਿ ਯਿਸੂ ਮਸੀਹ ਨੇ ਆਉਣਾ ਆ, ਪਰ ਉਹ ਲੋਕ ਹਜੇ ਨਹੀਂ ਸਮਝਦੇ। ਉਹਨਾਂ ਨੇ, ਕਿਉਂਕਿ ਯਿਸੂ ਮਸੀਹ 2000 ਸਾਲ ਪਹਿਲਾਂ ਆ ਚੁੱਕਿਆ, ਉਹਨਾਂ ਨੇ ਗ੍ਰਹਿਣ ਨਹੀਂ ਕੀਤਾ, ਉਹਨਾਂ ਨੇ ਉਸ ਭਵਿੱਖਬਾਣੀਆਂ ਨੂੰ ਸਮਝਿਆ ਨਹੀਂ ਹੈਗਾ। ਪਰ ਅਸੀਂ ਤੇ ਤੁਸੀਂ ਸਮਝ ਚੁੱਕੇ ਹਾਂ ਉਸ ਭਵਿੱਖਬਾਣੀ ਨੂੰ। ਪ੍ਰਭੂ ਯਿਸੂ ਮਸੀਹ ਆ ਚੁੱਕੇ ਆ ਤੇ ਦੁਬਾਰਾ ਫਿਰ ਆ ਰਹੇ ਆ। ਜਿਸ ਤਰ੍ਹਾਂ ਪਹਿਲਾਂ ਯਿਸੂ ਮਸੀਹ ਗਧੀ ਦੇ ਬੱਚੇ ਉੱਤੇ ਸਵਾਰ ਸੀਗੇ, ਜਦੋਂ ਯਿਸੂ ਮਸੀਹ ਗਧੀ ਦੇ ਬੱਚੇ ਉੱਤੇ ਸਵਾਰ ਸੀਗੇ, ਤੇ ਜਦੋਂ ਯਿਸੂ ਮਸੀਹ ਸਲੀਬ 'ਤੇ ਚੜ੍ਹਨਾ ਸੀਗਾ, ਉੱਤੇ ਪਹਿਲਾਂ ਪਿਲਾਤੁਸ ਦੇ ਸਾਹਮਣੇ ਪੇਸ਼ੀ ਹੋਈ। ਯਿਸੂ ਮਸੀਹ ਨੂੰ ਲੋਕ ਕਹਿਣਗੇ, ਪਿਲਾਤੁਸ ਵੀ ਪੁੱਛਣ ਲੱਗਿਆ ਕਿ ਤੂੰ ਰਾਜਾ ਆ? ਤੇ ਯਿਸੂ ਮਸੀਹ ਨੇ ਕਿਹਾ ਕਿ ਤੂੰ ਹੀ ਮੈਨੂੰ ਕਹਿੰਦਾ ਆ ਰਾਜਾ ਆ। ਤੇ ਯਿਸੂ ਮਸੀਹ ਦੀ ਸਲੀਬ ਉੱਤੇ ਵੀ ਲਿਖਿਆ ਸੀਗਾ ਇਹ ਯਹੂਦੀਆਂ ਦਾ ਕੀ ਆ? ਰਾਜਾ ਆ।
ਕਿਉਂਕਿ ਜਿਹੜੇ ਰਾਜਾ ਲੋਕ ਘੋੜੇ ਉੱਤੇ ਸਵਾਰ ਹੁੰਦੇ ਸੀਗੇ। ਤੇ ਤੁਹਾਨੂੰ ਮੈਂ ਦੱਸਣਾ ਚਾਹੁੰਦਾ, ਪ੍ਰਭੂ ਯਿਸੂ ਮਸੀਹ ਸੱਚਮੁੱਚ ਰਾਜਾ ਆ, ਤੇ ਯਿਸੂ ਮਸੀਹ ਇੱਕ ਉਹ ਰਾਜਾ ਆ ਜਿਹੜਾ ਨਮਰਤਾ, ਦੀਨਤਾ। ਤੇ ਯਿਸੂ ਮਸੀਹ ਗਧੀ ਦੇ ਉੱਤੇ ਇਸ ਲਈ ਸਵਾਰ ਹੋਇਆ, ਗਧੀ ਦੇ ਬੱਚੇ ਉੱਤੇ ਇਸ ਲਈ ਸਵਾਰ ਹੋਇਆ ਕਿਉਂਕਿ ਯਿਸੂ ਮਸੀਹ ਦੀਨ ਹੈ, ਉਹ ਸਾਡੇ ਉੱਤੇ ਦਇਆ ਕਰਨਾ ਚਾਹੁੰਦਾ ਆ, ਉਹ ਨਮਰ ਹੈ, ਤੇ ਉਹ ਸਾਡੇ ਉੱਤੇ ਆਪਣੀ ਦੀਨਤਾ ਨੂੰ, ਆਪਣੀ ਭਲਾਈ ਨੂੰ ਦਿਖਾ ਰਿਹਾ ਆ। ਪਰ ਬਹੁਤ ਜਲਦ ਪ੍ਰਭੂ ਯਿਸੂ ਮਸੀਹ ਘੋੜੇ ਉੱਤੇ ਸਵਾਰ ਹੋ ਕੇ ਆ ਰਹੇ ਆ। ਹਾਲੇਲੂਇਆ। ਉਹ ਜਿਹੜਾ ਰਾਜ ਹੈ ਉਹ ਸਦਾ ਸਦਾ ਦਾ ਰਾਜ ਹੈ ਪ੍ਰਭੂ ਯਿਸੂ ਮਸੀਹ ਦਾ। ਹਾਲੇਲੂਇਆ। ਯਿਸੂ ਮਸੀਹ ਇਸ ਧਰਤੀ ਦੇ ਰਾਜਾ ਨਹੀਂ ਸੀਗੇ, ਉਸ ਧਰਤੀ ਉੱਤੇ ਰਾਜ ਸਥਾਪਨ ਕਰਨੇ ਨਹੀਂ ਆਏ ਸੀਗੇ, ਕਿਉਂਕਿ ਯਿਸੂ ਮਸੀਹ ਦਾ ਰਾਜ ਸਵਰਗ ਦਾ ਰਾਜ ਹੈ। ਤੇ ਯਿਸੂ ਮਸੀਹ ਤੇ ਹੁਣ ਬਹੁਤ ਜਲਦ ਆ ਰਹੇ ਆ, ਤੇ ਸਾਨੂੰ ਯਿਸੂ ਮਸੀਹ ਦੇ ਪਿੱਛੇ ਚੱਲਣ ਦੀ ਜ਼ਰੂਰਤ ਹੈ, ਉਸ ਨੂੰ ਗ੍ਰਹਿਣ ਕਰਨ ਦੀ ਜ਼ਰੂਰਤ ਹੈ, ਉਸ ਦੀ ਇੱਛਾ ਦੇ ਅਨੁਸਾਰ ਚੱਲਣ ਦੀ ਜ਼ਰੂਰਤ ਹੈ ਕਿ ਜਦੋਂ ਪ੍ਰਭੂ ਯਿਸੂ ਮਸੀਹ ਆਏ ਤੇ ਅਸੀਂ ਉਹਦੇ ਨਾਲ ਉਠਾਏ ਜਾਈਏ। ਹਾਲੇਲੂਇਆ। ਤੇ ਯਿਸੂ ਮਸੀਹ ਹੁਣ ਗਧੀ ਦੇ ਉੱਤੇ ਸਵਾਰ ਨਹੀਂ, ਬਲਕਿ ਉਹ ਇੱਕ ਨਿਆਈ ਦੇ ਰੂਪ ਦੇ ਵਿੱਚ ਆਏਗਾ, ਤੇ ਉਹ ਘੋੜੇ ਉੱਤੇ ਸਵਾਰ ਹੋ ਕੇ ਆਏਗਾ। ਆਮੀਨ। ਕਿਉਂਕਿ ਯਿਸੂ ਮਸੀਹ ਆਪਣੀ ਦਇਆ ਨੂੰ ਦਿਖਾ ਰਿਹਾ ਹੈ, ਹਜੇ ਉਹ ਗਧੀ ਦੇ ਬੱਚੇ ਉੱਤੇ ਸਵਾਰ ਹੈ। ਜਿਹੜਾ ਗਧੀ ਦਾ ਬੱਚਾ ਹੈ ਇੱਕ ਦਇਆ ਨੂੰ ਦਰਸਾ ਰਿਹਾ, ਤੇ ਯਿਸੂ ਮਸੀਹ ਹਰੇਕ ਉੱਤੇ ਦਇਆ ਕਰਦਾ ਹੈ। ਜਿੰਨਿਆਂ ਦੇ ਅਗਰ ਕਿਸੇ ਤੋਂ ਕੋਈ ਗਲਤੀ, ਕੋਈ ਪਾਪ ਗੁਨਾਹ ਹੁੰਦਾ ਤੇ ਯਿਸੂ ਮਸੀਹ ਹਜੇ ਕੀ ਕਰੀ ਜਾਂਦਾ, ਮਾਫ ਕਰੀ ਜਾਂਦਾ। ਜਦੋਂ ਯਿਸੂ ਮਸੀਹ ਨੇ ਘੋੜੇ ਉੱਤੇ ਸਵਾਰ ਹੋ ਜਾਣਾ, ਫਿਰ ਕੋਈ ਮਾਫੀ ਨਹੀਂ, ਕੋਈ ਦਇਆ ਨਹੀਂ, ਬਲਕਿ ਉਹ ਜਿਹੜਾ ਇੱਕ ਗਧੀ ਦਾ ਬੱਚਾ ਆ, ਯਿਸੂ ਮਸੀਹ ਇਸ ਲਈ ਗਧੀ ਉੱਤੇ ਸਵਾਰ ਹੋਏ ਕਿ ਇਸ ਸ਼ੋਅ ਕਰਦਾ ਪਿਆ ਆ ਗਧੀ ਦਾ ਬੱਚਾ ਕਿ ਯਿਸੂ ਮਸੀਹ ਕੀ ਆ, ਦੀਨ ਹੈ। ਹਾਲੇਲੂਇਆ। ਕਿ ਸਾਡੇ ਤੇ ਹਜੇ ਦਇਆ ਹੋ ਰਹੀ ਆ, ਤੇ ਇਸ ਤੋਂ ਪਹਿਲਾਂ ਦਇਆ ਉਠਾ ਲਈ ਜਾਏ, ਤੇ ਜ਼ਰੂਰਤ ਹੈ ਕਿ ਅਸੀਂ ਯਿਸੂ ਮਸੀਹ ਦੇ ਵਿੱਚ ਆ ਜਾਈਏ। ਤੇ ਜਿਹੜੇ ਲੋਕ ਯਿਸੂ ਮਸੀਹ ਦੇ ਵਿੱਚ ਹੈ, ਉਹਦੇ ਖੂਨ ਦੇ ਵਿੱਚ ਹੈ, ਉਹਦੇ ਵਿੱਚ ਕੀ ਆ, ਲਹੂ ਤੇ ਮਾਸ ਖਾਂਦੇ ਆ ਤੇ ਪੀਂਦੇ, ਉਹਦੇ ਵਿੱਚ ਕੀ ਆ, ਅਨੰਤ ਜੀਵਨ ਹੈ। ਹਾਲੇਲੂਇਆ। ਤੇ ਪੁਰਾਣੇ ਨਿਯਮ ਦੇ ਵਿੱਚ ਵੀ ਜਿਹੜਾ ਫਸਾ ਨੂੰ ਮਨਾਉਣ ਦੀਆਂ ਕੁਝ ਰੀਤੀਆਂ ਸੀਗੀਆਂ, ਉਹ ਜਦੋਂ ਅਸੀਂ ਕੂਚ ਦੀ ਕਿਤਾਬ ਦੇ ਵਿੱਚ ਪੜ੍ਹਦੇ ਹਾਂ ਤਾਂ ਉੱਥੇ ਅੱਗੇ ਲਿਖੀਆਂ ਹੋਈਆਂ ਆ, ਤੇ ਉਹ ਰੀਤੀਆਂ ਦੇ ਅਨੁਸਾਰ ਅਸੀਂ ਨਿਊ ਟੈਸਟਮੈਂਟ ਦੇ ਵਿੱਚ ਵੀ ਉਹੋ ਹੀ ਰੀਤੀਆਂ ਚੱਲਦੀਆਂ ਪਈਆਂ ਆ ਕਿ ਜਦੋਂ ਅਸੀਂ ਬਪਤਿਸਮਾ ਲੈਂਦੇ ਹਾਂ, ਪਰਮੇਸ਼ਰ ਦੇ ਵਿੱਚ ਸ਼ਰੀਕ ਹੋ ਜਾਂਦੇ ਹਾਂ, ਫਿਰ ਉਸ ਦੀ ਦੇਹ ਤੇ ਮਾਸ ਨੂੰ ਖਾ ਸਕਦੇ ਹਾਂ, ਪੀ ਸਕਦੇ ਹਾਂ। ਹਾਲੇਲੂਇਆ। ਤੇ ਯਿਸੂ ਮਸੀਹ ਬਹੁਤ ਜਲਦ ਆ ਰਿਹਾ ਘੋੜੇ ਉੱਤੇ ਸਵਾਰ ਹੋ ਕੇ, ਤੇ ਉਹ ਫਿਰ ਨਿਆਈ ਦੇ ਵਿੱਚ ਆਣਗੇ। ਤੇ ਉਸ ਸਮੇਂ ਯਿਸੂ ਮਸੀਹ, ਕਿਉਂਕਿ ਜਦੋਂ ਯਿਸੂ ਮਸੀਹ ਸੰਸਾਰ ਦੇ ਵਿੱਚ ਸੀਗੇ, ਸਰੀਰ ਦੇ ਵਿੱਚ ਇੱਥੇ ਸੀਗੇ, ਤਾਂ ਉਹ ਇੱਕ ਦੀਨਤਾ ਦੇ ਵਿੱਚ ਸੀਗੇ, ਨਰਮਾਈ ਕਰਦੇ ਸੀਗੇ, ਹਰੇਕ ਉੱਤੇ ਹਰੇਕ ਨੂੰ ਮਾਫ ਕਰਦੇ ਸੀਗੇ। ਤੇ ਯਿਸੂ ਮਸੀਹ ਕਿਸੇ ਉੱਤੇ ਦੋਸ਼ ਨਹੀਂ ਲਾਉਂਦੇ ਸੀਗੇ, ਚਾਹੇ ਉਹ ਵਿਚਾਰੀ ਸੀਗੇ, ਕਿਸੇ ਵੀ ਤਰ੍ਹਾਂ ਦੇ ਪਾਪ ਦੇ ਵਿੱਚ ਫੜੇ ਜਾਂਦੇ ਸੀਗੇ, ਯਿਸੂ ਮਸੀਹ ਹਰੇਕ ਨੂੰ ਮਾਫ ਕਰ ਦਿੰਦੇ ਸੀਗੇ। ਜਦੋਂ ਯਿਸੂ ਮਸੀਹ ਇਸ ਦੁਨੀਆ ਦਾ ਨਿਆਂ ਕਰਨ ਆਣਗੇ, ਫਿਰ ਕੋਈ ਮਾਫੀ ਨਹੀਂ ਹੈਗੀ। ਹਾਲੇਲੂਇਆ। ਤੇ ਇਸ ਲਈ ਯਿਸੂ ਮਸੀਹ ਗਧੀ ਦੇ ਬੱਚੇ ਉੱਤੇ ਸਵਾਰ ਹੋਏ ਸੀਗੇ। ਹਾਲੇਲੂਇਆ। ਪਰਮੇਸ਼ਰ ਇਸ ਵਚਨ ਤੇ ਤੁਹਾਨੂੰ ਆਸ਼ੀਸ਼ ਦੇਵੇ। ਸਾਰਿਆਂ ਨੂੰ ਜੈ ਮਸੀਹ ਦੀ। ਗੋਡ ਬਲੈਸ ਯੂ। ਇਹ ਪਾਮ ਸੰਡੇ ਜਿਹੜਾ ਆ ਪ੍ਰਭੂ ਯਿਸੂ ਮਸੀਹ ਨੇ ਇਸ ਲਈ ਮਨਾਇਆ, ਤੇ ਇਸ ਲਈ ਅਸੀਂ ਮਨਾਉਂਦੇ ਹਾਂ। ਇਸ ਦਾ ਮਤਲਬ ਇਹ ਆ ਕਿ ਯਿਸੂ ਮਸੀਹ ਇੱਕ ਦੀਨਤਾ ਦੇ ਗਧੀ ਦੇ ਬੱਚੇ ਉੱਤੇ ਸਵਾਰ ਹੋਏ ਸੀਗਾ, ਉਹ ਦੀਨ ਸੀਗਾ। ਹਾਲੇਲੂਇਆ। ਤੇ ਬਹੁਤ ਜਲਦ ਪ੍ਰਭੂ ਯਿਸੂ ਮਸੀਹ ਆ ਰਹੇ ਆ, ਤੇ ਹਜੇ ਉਸ ਦੀ ਦਇਆ ਹੈ ਕਿ ਉਸ ਦੀ ਦਇਆ ਦੇ ਵਿੱਚ ਬਣੇ ਰਹੀਏ। ਤੇ ਪਾਮ ਸੰਡੇ ਦਾ ਜਿਹੜਾ ਮੈਸੇਜ ਆ ਇਹੀ ਆ। ਪਾਮ ਸੰਡੇ ਦਾ ਮਤਲਬ ਇਹੀ ਆ ਕਿ ਯਿਸੂ ਮਸੀਹ ਉਹ ਰਾਜਾ ਆ, ਉਹ ਸੱਚਮੁੱਚ ਰਾਜਾ ਆ, ਉਹ ਮੇਰਾ ਤੇ ਤੁਹਾਡਾ ਰਾਜਾ ਆ, ਤੇ ਉਸਦਾ ਰਾਜ ਜਿਹੜਾ ਆ ਉਹ ਬਹੁਤ ਜਲਦ ਆਉਣ ਵਾਲਾ ਆ। ਹਾਲੇਲੂਇਆ। ਤੇ ਪਰਮੇਸ਼ਰ ਸਾਨੂੰ ਇਹਨਾਂ ਵਚਨਾਂ ਤੇ ਆਸ਼ੀਸ਼ ਦੇਵੇ। ਜੈ ਮਸੀਹ ਦੀ। ਗੋਡ ਬਲੈਸ ਯੂ।